ਹੋਮਿਓਪੈਥਿਕ ਹੋਲਿਸਟਿਕ ਸਾਇੰਸ ਹੈ। ਇਹ ਦੇਖਣਾ ਪੈਂਦਾ ਵੀ ਕਿਹੜੀ ਡਿਜ਼ੀਜ਼ ਕਿਸ ਸਟੇਜ ਤੇ ਹੈ। ਕਿਆ ਇੱਥੇ ਸਾਨੂੰ ਕੰਟਰੋਲ ਕਰਨਾ ਜਾਂ ਸੁਪਰੈਸ ਕਰਨਾ ਬਿਹਤਰ ਹੈ, ਜਾਂ ਫਿਰ ਇਹ ਕਿੰਨੀ ਹੱਦ ਤੱਕ ਠੀਕ ਹੋ ਸਕਦੀ ਹੈ। ਜਦੋਂ ਫੰਕਸ਼ਨਲ ਚੇਂਜਸ ਹੁੰਦੀ ਹੈ ਬੋਡੀ 'ਚ, ਉਦੋਂ ਹੀ ਨਿਬ ਦੀ ਪ੍ਰੋਬਲਮ ਐਟ ਦੀ ਬਟ ਇਹ ਹੋਮਿਓਪੈਥੀ 'ਚ ਹੀ ਹੈ ਸਿਰਫ। ਇਨੀਸ਼ੀਅਲ ਸਟੇਜ 'ਚ ਪਤਾ ਚੱਲ ਜਾਏ, ਕੈਂਸਰ ਵਰਗੀ ਚੀਜ਼ ਵੀ ਰਿਵਰਸ ਹੋ ਜਾਂਦੀ। ਸਾਡੀ ਬੋਡੀ ਪ੍ਰੋਡਿਊਸ ਤਾਂ ਕਰ ਰਹੀ ਹਾਈਪਰਟੈਂਸ਼ਨ, ਜਿਹਦਾ ਕਾਜ਼ ਪਿੱਛੇ ਸਾਈਕੋਲੋਜੀਕਲ ਹੈ। ਐਂਟੀ ਹਾਈਪਰਟੈਂਸਿਵ ਖਾ ਕੇ ਮੀਨਸ ਵਰਕਿੰਗ ਅਗੇਂਸਟ ਦਾ ਪ੍ਰੋਸੈਸ ਆਫ ਦਾ ਬੋਡੀ। ਜਦੋਂ ਤੁਸੀਂ ਬੋਡੀ ਦੇ ਅਗੇਂਸਟ ਕੋਈ ਕੰਮ ਕਰਦੇ ਹੋ ਤਾਂ ਫਿਰ ਉੱਥੇ ਬੋਡੀ ਰੈਜ਼ਿਸਟ ਕਰਦੀ ਹੈ, ਔਰ ਬੋਡੀ ਰੈਜ਼ਿਸਟ ਔਰ ਸਾਈਡ ਇਫੈਕਟਸ ਦੇ ਨਾਲ ਉਹ ਡਿਜ਼ੀਜ਼ ਜਿਹੜੀ ਕੰਪਲਿਕੇਟ ਹੋ ਜਾਂਦੀ ਹੈ। ਐਲੋਪੈਥੀ 'ਚ ਉਦੋਂ ਤੱਕ ਕੋਈ ਇਲਾਜ ਨਹੀਂ ਹੈ ਕਿਸੇ ਵੀ ਚੀਜ਼ ਦਾ ਜਦੋਂ ਤੱਕ ਉਹ ਪੈਥੋਲੋਜੀਕਲ ਬੇਸਿਸ ਨਾ ਲੱਭੇ ਉਹਨਾਂ ਨੂੰ। ਖਾਣ ਪਾਨ ਔਰ ਰਹਿਣ ਸਹਿਣ ਦੋ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀ ਹੋਮਿਓਪੈਥੀ ਮੈਡੀਸਨ ਨਾਲ ਚੱਲਣੀਆਂ ਚਾਹੀਦੀਆਂ ਨੇ, ਔਰ ਜਦੋਂ ਪਰਹੇਜ਼ ਔਰ ਇਲਾਜ ਇਕੱਠਾ ਚੱਲੇਗਾ ਤਾਂ ਇਹੋ ਜਿਹੀਆਂ ਬਿਮਾਰੀਆਂ ਨੂੰ ਸੋਧਣਾ ਸਾਡੇ ਲਈ ਬਹੁਤ ਆਸਾਨ ਹੋ ਜਾਂਦਾ। ਦੋਸਤੋ, ਅੱਜ ਦੇ ਇਸ ਜ਼ਮਾਨੇ ਵਿੱਚ ਜਿਸ ਵਿੱਚ ਅਸੀਂ ਰਹਿ ਰਹੇ ਹਾਂ, ਇਸ ਦਾ ਸਭ ਤੋਂ ਵੱਡਾ ਇਸ਼ੂ ਇਹ ਹੈ ਕਿ ਘਰ ਦੇ ਵਿੱਚ ਹੋਰ ਕੋਈ ਇਸ਼ੂ ਹੋਵੇ ਨਾ ਹੋਵੇ, ਹੈਲਥ ਇਸ਼ੂਜ਼ ਜ਼ਰੂਰ ਹੁੰਦੇ ਨੇ। ਜਿੰਨਾ ਮਰਜੀ ਪੈਸਾ ਹੋਵੇ, ਤੁਹਾਨੂੰ ਜੌਬ ਸੈਟਿਸਫੈਕਸ਼ਨ ਹੋਵੇ, ਪਰ ਸ਼ਾਇਦ ਸਿਨੈਰੀਓ ਹੀ ਇਸ ਤਰ੍ਹਾਂ ਦਾ ਹੋ ਗਿਆ, ਸਾਡੇ ਖਾਣ ਪਾਣ ਦੀਆਂ ਆਦਤਾਂ ਇਸ ਤਰ੍ਹਾਂ ਹੋ ਗਈਆਂ ਨੇ ਕਿ ਕਿਸੇ ਨਾ ਕਿਸੇ ਬਿਮਾਰੀ ਦੀ ਚਪੇਟ ਦੇ ਵਿੱਚ ਘਰ ਦਾ ਕੋਈ ਨਾ ਕੋਈ ਮੈਂਬਰ ਜ਼ਰੂਰ ਹੁੰਦਾ ਹੈ। ਵੈਸੇ ਮੈਂ ਮੈਂਬਰ ਸ਼ਾਇਦ ਗਲਤ ਕਿਹਾ, ਮੈਂਬਰਸ ਹੁੰਦੇ ਨੇ। ਸੋ ਇੱਕ ਬਿਮਾਰੀ ਨੂੰ ਠੀਕ ਕਰਨ ਲੱਗਦੇ ਹਾਂ, ਉਸ ਨੂੰ ਠੀਕ ਕਰਦੇ ਕਰਦੇ ਦੂਸਰੀ, ਤੀਸਰੀ, ਚੌਥੀ ਬਿਮਾਰੀ ਕਦੋਂ ਸਾਨੂੰ ਆਪਣੀ ਚਪੇਟ 'ਚ ਲੈ ਲੈਂਦੀ ਹੈ ਪਤਾ ਨਹੀਂ ਲੱਗਦਾ। ਫਿਰ ਸਾਡੇ ਮਨ ਦੇ ਵਿੱਚ ਖਿਆਲ ਆਉਂਦਾ ਹੈ, ਜਾਂ ਸਾਨੂੰ ਕਈ ਵਾਰ ਕੋਈ ਦੱਸ ਦਿੰਦਾ ਹੈ ਕਿ ਤੁਸੀਂ ਹੋਮੋਪੈਥਿਕ ਟ੍ਰੀਟਮੈਂਟ ਇਸ ਦਾ ਸ਼ੁਰੂ ਕਰ ਲਓ। ਕੋਈ ਵੀ ਚੀਜ਼ ਅਸਰ ਨਾ ਕਰੇ, ਤੁਸੀਂ ਹੋਮੋਪੈਥੀ ਵਾਲੇ ਪਾਸੇ ਆ ਜਾਓ। ਕਈ ਵਾਰੀ ਬਹੁਤ ਸਾਰੇ ਮਿਥਸ ਨਾਲ ਹੁੰਦੇ ਨੇ ਕਿ ਜਿਹੜੇ ਡਾਇਬਟਿਕਸ ਨੇ ਉਹ ਸ਼ਾਇਦ ਹੋਮੋਪੈਥੀ ਦੀ ਟ੍ਰੀਟਮੈਂਟ ਨਹੀਂ ਲੈ ਸਕਦੇ, ਜਾਂ ਤੁਸੀਂ ਐਲੋਪੈਥੀ ਦੇ ਨਾਲ ਨਾਲ ਹੋਮੋਪੈਥਿਕ ਜਿਹੜੀ ਮੈਡੀਸਿਨ ਨਹੀਂ ਲੈ ਸਕਦੇ। ਹੋਮੋਪੈਥੀ ਨਾਲ ਜੁੜੇ ਹੋਏ ਕੀ ਫੈਕਟਸ ਨੇ, ਕੀ ਮਿਥਸ ਨੇ, ਜਾਂ ਹੋਰ ਜੋ ਚੀਜ਼ਾਂ ਜੋ ਸਾਡੇ ਦਿਮਾਗ ਦੇ ਵਿੱਚ ਅਕਸਰ ਘੁੰਮਦੀਆਂ ਰਹਿੰਦੀਆਂ ਨੇ, ਤਮਾਮ ਚੀਜ਼ਾਂ ਉੱਤੇ ਗੱਲਬਾਤ ਅੱਜ ਦੇ ਇਸ ਪ੍ਰੋਗਰਾਮ ਹੈਲਥ ਟਾਕਸ ਵਿੱਚ ਆਪਾਂ ਤੁਹਾਡੇ ਨਾਲ ਕਰਾਂਗੇ। ਖੁਸ਼ ਆਮਦੀਦ, ਦਾਨ ਮਿਊਟ ਦੇਖ ਰਹੇ ਹੋ ਤੁਸੀਂ, ਮੈਂ ਗੁਰਨੀਤ ਹਾਂ ਤੁਹਾਡੇ ਨਾਲ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਹੈਲਥ ਟਾਕਸ ਵਿੱਚ ਤੁਹਾਡਾ ਹਾਰਦਿਕ ਸਵਾਗਤ ਕਰਦੇ ਹਾਂ। ਤੁਹਾਡੀ ਮੁਲਾਕਾਤ ਹੋਮੋਪੈਥੀ ਐਕਸਪਰਟ ਡਾਕਟਰ ਵਿਨੋਦ ਕੁਮਾਰ ਦੇ ਨਾਲ ਕਰਾਵਾਂਗੇ। ਬਹੁਤ ਬਹੁਤ ਸਵਾਗਤ ਹੈ ਦਾਨ ਮਿਊਟ ਤੇ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। डॉक्टर साहब, किसी शायर ने बड़ा खूबसूरत लिखा है कि मिजाज इश्क होम्योपैथिक था आपका, ना सुइयाँ ना बोतल ना एक्सरे, आप मीठी गोलियां देते रहे और हम दर्द बयां करते रहे। सो होम्योपैथी ਦੇ ਵਿੱਚ ਜੋ ਮਿੱਠੀ ਗੋਲੀਆਂ ਦਾ ਕਨਸੈਪਟ ਹੈ ਉਹ ਕਿੱਥੋਂ ਆਇਆ? ਮੈਮ, ਡਾਕਟਰ ਹੈਨੀਮਨ ਜਰਮਨ ਦੇ ਇੱਕ ਫਿਜ਼ੀਸ਼ੀਅਨ ਸੀਗੇ। ਉਹਨਾਂ ਨੇ ਆਪਣੀ ਐਜੂਕੇਸ਼ਨ ਜਿਹੜੀ ਹੈ ਐਲੋਪੈਥੀ 'ਚ ਜਦੋਂ ਹਾਸਿਲ ਕੀਤੀ, ਔਰ ਜਦੋਂ ਇਲਾਜ ਉਹ ਕਰਨ ਲੱਗੇ ਤਾਂ ਇਲਾਜ ਨਾਲ ਉਹਨਾਂ ਦਾ ਜਿਹੜਾ ਉਹ ਦੇਖ ਰਹੇ ਸੀ ਵੀ ਇਲਾਜ ਕਿੱਦਾਂ ਹੁੰਦਾ ਹੈ, ਅਤੇ ਉਸ ਇਲਾਜ ਪੱਧਤੀ ਨਾਲ ਸੈਟਿਸਫਾਈ ਨਹੀਂ ਸੀਗੇ ਜੀ। ਐਟ ਦੀ ਸੇਮ ਟਾਈਮ ਉਹ ਬੜੇ ਲੈਂਗੁਏਜਸ ਜਾਣਦੇ ਸੀ, ਅਤੇ ਉਹਨਾਂ ਨੇ ਆਪਣੀ ਡਾਕਟਰੀ ਪੇਸ਼ਾ ਛੱਡ ਕੇ ਟਰਾਂਸਲੇਟਰ ਦਾ ਕੰਮ ਸ਼ੁਰੂ ਕਰ ਦਿੱਤਾ ਜੀ। ਅਤੇ ਕੋਲਨਸ ਮਟੀਰੀਆ ਮੈਡੀਕਾ ਇੱਕ ਕਿਤਾਬ ਸੀਗੀ ਮੈਡੀਸਨਸ ਦੀ, ਉਹਨੂੰ ਉਹ ਟਰਾਂਸਲੇਟ ਕਰ ਰਹੇ ਸੀ ਇੰਗਲਿਸ਼ ਤੋਂ ਜਰਮਨ 'ਚ ਜੀ। ਅਤੇ ਉੱਥੋਂ ਇੱਕ ਆਈਡੀਆ ਸਟਰਕ ਉਹਨਾਂ ਦੇ ਦਿਮਾਗ 'ਚ ਹੋਇਆ। ਕਹਿੰਦੇ ਵੀ ਜਿਹੜੀ ਕੁਇਨੀਨ ਹੈ, ਉਹ ਕੁਇਨੀਨ ਆਪਣੀ ਕੁੜੱਤਣ ਦੇ ਨਾਲ ਜਿਹੜਾ ਹੈ ਮਲੇਰੀਆ ਨੂੰ ਠੀਕ ਕਰਦੀ ਹੈ ਜੀ। ਉਹ ਆਈਡੀਆ ਜਦੋਂ ਸਟਰਕ ਡਾਕਟਰ ਹੈਨੀਮਨ ਦੇ ਹੋਇਆ, ਅਤੇ ਉਹਨਾਂ ਨੇ ਕੁਇਨੀਨ ਜਿਹੜੀ ਕਰੂਡ ਫਾਰਮ 'ਚ ਖਾਣੀ ਸ਼ੁਰੂ ਕਰ ਦਿੱਤੀ। 7 ਦਿਨ ਜਦੋਂ ਖਾਂਦੇ ਰਹੇ, 7ਵੇਂ ਦਿਨ ਉਹਨਾਂ ਨੂੰ ਬਿਲਕੁਲ ਸ਼ਿਵਰਿੰਗ ਉਸ ਤਰ੍ਹਾਂ ਹੀ ਹੋਈ ਜਿੱਦਾਂ ਉਹ ਮਲੇਰੀਆ 'ਚ ਹੁੰਦੀ ਹੈ। ਇੱਥੋਂ ਫਿਰ ਉਹਨਾਂ ਨੂੰ ਆਈਡੀਆ ਆਇਆ ਕਿ ਕੋਈ ਵੀ ਡਰੱਗ ਸਬਸਟਾਂਸ ਕਿਸੇ ਬਿਮਾਰੀ ਨੂੰ ਉਦੋਂ ਹੀ ਠੀਕ ਕਰਦਾ ਹੈ ਕਿਉਂਕਿ ਉਹ ਸਬਸਟਾਂਸ ਹੈਲਦੀ ਹਿਊਮਨ ਬੀਇੰਗਸ 'ਚ ਉਹੋ ਜਿਹੇ ਸਿੰਪਟਮ ਪ੍ਰੋਡਿਊਸ ਕਰਦਾ ਹੈ ਜੀ। ਸੋ ਇੱਥੋਂ ਜਨਮ ਹੋਇਆ ਇੱਕ ਕਨਸੈਪਟ ਦਾ ਹੋਮਿਓਪੈਥੀ ਦਾ, ਔਰ ਉਹਨੂੰ ਲੈਟਿਨ ਵਰਡ 'ਚ ਇੱਦਾਂ ਬਿਆਨ ਕੀਤਾ, ਲੈਟ ਲਾਈਕ ਬੀ ਕਿਉਰ ਬਾਈ ਲਾਈਕ, ਸਿਮਿਲੀ ਸਿਮਿਲੀਵਸ ਕੁਐਂਟਰ। ਔਰ ਜੇ ਇਹਦਾ ਅਸੀਂ ਆਯੁਰਵੈਦਿਕ ਵਰਜਨ ਦੇਖੀਏ, ਆਯੁਰਵੈਦਿਕ 'ਚ ਕਿਹਾ ਜਾਂਦਾ ਸਮਾਂ ਸਮਯਮ ਸਮਯਤੀ ਵਿਸ਼ਾ ਵਿਸ਼ਾਇਆ ਔਸ਼ਧਮ, ਔਰ ਅਸੀਂ ਇਹਦਾ ਲਿਟਰੇਰੀ ਮੀਨਿੰਗ ਦੇਖੀਏ ਤਾਂ ਡਾਇਮੰਡ ਕੱਟਸ ਡਾਇਮੰਡ, ਜ਼ਹਿਰ ਜ਼ਹਿਰ ਨੂੰ ਮਾਰਦਾ। ਤਾਂ ਇੱਥੋਂ ਹੋਮਿਓਪੈਥੀ ਦਾ ਜਿਹੜਾ ਕਨਸੈਪਟ ਹੈ ਸ਼ੁਰੂ ਹੋਇਆ। 1796 ਦੀ ਇਹ ਗੱਲ ਹੈ ਜੀ। ਉਸ ਤੋਂ ਬਾਅਦ ਫਿਰ ਪੰਜਾਬ 'ਚ ਹੋਮਿਓਪੈਥੀ ਆਈ ਜਦੋਂ ਡਾਕਟਰ ਮਹਾਰਾਜਾ ਰਣਜੀਤ ਸਿੰਘ ਇੱਥੇ ਹੁੰਦੇ ਸੀ ਜੀ, ਔਰ ਡਾਕਟਰ ਹੋਇਨਿੰਗਬਰਗਰ ਇੱਕ ਡਿਸਾਈਪਲ ਸੀਗੇ ਡਾਕਟਰ ਹੈਨੀਮਨ ਦੇ,
ਤੇ ਉਹਨਾਂ ਨੇ ਆ ਕੇ ਫਿਰ ਇਹ ਹੋਮਿਓਪੈਥੀ ਦਾ ਜਿਹੜਾ ਇੱਥੇ ਪ੍ਰਚਾਰ ਪ੍ਰਸਾਰ ਕੀਤਾ। ਬਾਅਦ 'ਚੋਂ ਬੰਗਾਲ 'ਚ ਗਏ ਤੇ ਉਦੋਂ ਉੱਥੇ ਹੈਜਾ ਫੈਲੇ ਹੋਏ ਸੀ ਤੇ ਹੈਜੇ ਦੇ ਇੰਨੇ ਪੇਸ਼ੈਂਟ ਠੀਕ ਹੋਏ ਡਾਕਟਰ ਹਨੀਬਰਗਰ ਤੋਂ, ਉਹਨਾਂ ਨੂੰ ਕੋਲਰਾ ਡਾਕਟਰ ਉਹ ਆਖਣ ਲੱਗੇ। ਜੀ। तो महाराजा रणजीत सिंह ਦੇ ਟਾਈਮ ਤੋਂ ਹੋਮਿਓਪੈਥੀ ਜਿਹੜੀ ਫਲਰਿਸ਼ ਕਰ ਰਹੀ ਹੈ ਪੰਜਾਬ 'ਚ, ਬੰਗਾਲ 'ਚ ਦੇਰ ਆਫਟਰ। ਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਡਾਇਮੰਡ ਕੱਟਸ ਡਾਇਮੰਡ, ਜਾਂ ਜੋ ਤੁਸੀਂ ਐਗਜ਼ਾਮਪਲ ਦਿੱਤੀ ਕਿ ਉਹ ਜਿਨ੍ਹਾਂ ਨੇ ਹੋਮਿਓਪੈਥੀ ਸ਼ੁਰੂ ਕੀਤੀ ਸੀ ਤਾਂ ਕਿਸ ਤਰ੍ਹਾਂ ਉਹ ਕਨੀਨ ਲੈਣੀ ਉਹਨੇ ਸ਼ੁਰੂ ਕੀਤੀ ਤੇ 7 ਦਿਨ ਬਾਅਦ ਉਹਨਾਂ 'ਚ ਉਹ ਸਿੰਪਟਮ ਆਉਣੇ ਸ਼ੁਰੂ ਹੋ ਗਏ ਸੀ। ਤਾਂ ਕੀ ਅਸੀਂ ਇਹ ਚੀਜ਼ ਨੂੰ ਮੰਨ ਲਈਏ ਕਿ ਜੇ ਇੱਕ ਹੈਲਦੀ ਪਰਸਨ ਬੇਵਜ੍ਹਾ ਦਵਾਈ ਖਾ ਰਿਹਾ ਹੈ ਤਾਂ ਉਸ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੀ ਬਿਮਾਰੀ ਜਿਹੜੀ ਡਿਵੈਲਪ ਹੋਣ ਲੱਗ ਜਾਂਦੀ ਹੈ? ਔਰ ਤੁਸੀਂ ਦੇਖਦੇ ਹੋ ਅੱਜਕੱਲ੍ਹ ਜਿੰਨੀ ਵੀ ਐਲੋਪੈਥਿਕ ਮੈਡੀਸਨ ਲੋਕੀ ਖਾਂਦੇ ਨੇ ਉਹਦੇ ਸਾਈਡ ਇਫੈਕਟਸ ਕੀ ਨੇ? ਜੀ। ਇਹ ਉਹੀ ਚੀਜ਼ਾਂ ਨੇ ਜਿਹੜੀ ਤੁਸੀਂ ਕਹਿ ਰਹੇ ਹੋ ਕਿ ਜਦੋਂ ਡਿਜ਼ੀਜ਼, ਕੋਈ ਵੀ ਡਿਜ਼ੀਜ਼ ਹੈ, ਬਾਡੀ ਡਿਜ਼ੀਜ਼ ਉਦੋਂ ਪ੍ਰੋਡਿਊਸ ਕਰਦੀ ਹੈ ਜਦੋਂ ਡਿਸਟਰਬੈਂਸ ਕ੍ਰੀਏਟ ਹੋ ਜਾਂਦੀ ਹੈ। ਡਿਸਟਰਬੈਂਸ ਅੱਜ ਦੇ ਜੇ ਸਿਨੈਰੀਓ ਦੇ ਪੱਖ 'ਚ ਆਪਾਂ ਗੱਲ ਕਰੀਏ, ਅੱਜਕੱਲ੍ਹ ਗਲੋਬਲਾਈਜੇਸ਼ਨ ਦੇ ਦੌਰ 'ਚ ਇੰਨਾ ਸਟ੍ਰੈਸ ਸਾਰੇ ਹੀ ਲੈਂਦੇ ਨੇ, ਹਰ ਇੱਕ ਚੀਜ਼ ਦਾ, ਛੋਟੀ ਛੋਟੀ ਗੱਲ ਤੋਂ ਸਟ੍ਰੈਸ। ਔਰ ਸਾਈਕੋਲੋਜੀਕਲ ਟਰਮਸ ਇੰਨੀਆਂ ਕਾਮਨ ਹੋ ਗਈਆਂ। ਡਿਪਰੈਸ਼ਨ ਤਾਂ ਅਸੀਂ ਵੈਸੇ ਮਾੜੇ ਕੋਈ ਗੱਲ ਹੋ ਜਾਏ ਤਾਂ ਅਸੀਂ ਕਹਿੰਦੇ ਵੀ ਬੰਦਾ ਡਿਪਰੈਸਡ ਹੋ ਗਿਆ ਜੀ। ਔਰ ਹੋਰ ਵੀ ਇਹੋ ਜਿਹੀਆਂ ਸਾਈਕੋਨਿਊਰੋਟਿਕ ਇਲਨੈਸ ਅੱਜਕੱਲ੍ਹ ਆ ਗਈਆਂ ਨੇ। ਤੇ ਤੁਸੀਂ ਦੇਖੋ ਵੀ ਇਹ ਸਾਰੀਆਂ ਜਿਹੜੀਆਂ ਮਨੋ ਸਰੀਰਕ ਬਿਮਾਰੀਆਂ ਨੇ ਜੀ। ਔਰ ਤੁਸੀਂ ਦੇਖੋ 70 ਤੋਂ 80% ਬਿਮਾਰੀਆਂ ਜਿਹੜੀਆਂ ਸਾਰੀਆਂ ਹੀ ਮਨੋ ਸਰੀਰਕ ਨੇ। ਅੱਜ ਦੀ ਤੁਸੀਂ ਬਿਮਾਰੀਆਂ ਦੇ ਪਰਿਪੇਖ 'ਚ ਦੇਖੋ ਤੇ ਹਾਈਪਰਟੈਂਸ਼ਨ, ਮਾਈਗ੍ਰੇਨ, ਜੀ, ਅੱਛਾ, ਡਾਇਬਟੀਜ਼ ਮੈਲਾਈਟਿਸ, ਆਟੋਇਮਿਊਨ ਡਿਜ਼ੀਜ਼ਸ, ਇਹ ਸਾਰੀਆਂ ਹੀ ਜਨਮ ਲੈਂਦੀਆਂ ਨੇ ਸਟ੍ਰੈਸ ਤੋਂ। ਜੀ। ਸਟ੍ਰੈਸ ਇੱਕ ਕਾਰਨ ਹੈ ਔਰ ਉਹਦੇ ਦੇਖੋ ਅਲੱਗ-ਅਲੱਗ ਬਾਡੀ ਦੇ ਅਲੱਗ-ਅਲੱਗ ਅਸਰ ਹੁੰਦੇ ਨੇ। ਕਿਸੇ ਨੂੰ ਰੂਮੇਟਾਇਡ ਆਰਥਰਾਈਟਿਸ ਡਿਵੈਲਪ ਹੋ ਰਿਹਾ, ਕਿਸੇ ਨੂੰ ਹਾਈਪੋਥਾਇਰਾਇਡਿਜ਼ਮ ਡਿਵੈਲਪ ਹੋ ਰਿਹਾ, ਕਿਸੇ ਨੂੰ ਮਾਈਗ੍ਰੇਨ ਡਿਵੈਲਪ ਹੋ ਰਹੀ ਹੈ। ਔਰ ਉਸਦੀ ਇੰਡੀਜੀਨਸ ਸਿੰਪਟਮ ਜਿਹੜੇ ਨੇ ਉਹ ਸਾਰੇ ਅੱਜਕੱਲ੍ਹ ਦੇਖਣ ਨੂੰ ਮਿਲ ਰਹੇ ਨੇ। ਤੇ ਕੁੱਲ ਮਿਲਾ ਕੇ ਇਹ ਜਿਹੜਾ ਗਲੋਬਲਾਈਜੇਸ਼ਨ ਦਾ ਦੌਰ ਹੈ ਇਹਦੇ 'ਚ ਇਹੋ ਜਿਹੀਆਂ ਬਿਮਾਰੀਆਂ, ਔਰ ਉੱਪਰੋਂ ਜਦੋਂ ਅਸੀਂ ਇਹਨਾਂ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੰਦੇ ਹਾਂ। ਜੀ। ਹੁਣ ਦੇਖੋ ਥਾਇਰਾਇਡ ਹੈ, ਅਲਟਰੋਕਸਿਨ ਤੁਸੀਂ ਪੂਰੀ ਉਮਰ ਖਾਂਦੇ ਹੋ। ਇਸ ਤੋਂ ਬਾਅਦ ਐਂਟੀ ਹਾਈਪਰਟੈਂਸਿਵ ਮੀਨਸ ਸਾਡੀ ਬਾਡੀ ਪ੍ਰੋਡਿਊਸ ਤਾਂ ਕਰ ਰਹੀ ਹੈ ਹਾਈਪਰਟੈਂਸ਼ਨ, ਜਿਹਦਾ ਕਾਜ਼ ਪਿੱਛੇ ਸਾਈਕੋਲੋਜੀਕਲ ਹੈ। ਬਟ ਐਂਟੀ ਹਾਈਪਰਟੈਂਸਿਵ ਖਾ ਕੇ ਮੀਨਸ ਵਰਕਿੰਗ ਅਗੇਂਸਟ ਦਾ ਪ੍ਰੋਸੈਸ ਆਫ ਦਾ ਬਾਡੀ। ਜਦੋਂ ਤੁਸੀਂ ਇਹ ਕਰਦੇ ਹੋ, ਕੰਟਰੋਲ ਕਰਦੇ ਡਿਸਲਿਪੀਡੀਮੀਆ ਹੋ ਜਾਂਦਾ ਹੈ। ਉੱਪਰੋਂ ਲਿਵਰ 'ਚ SGOT SGPT ਬਣਨਾ ਸ਼ੁਰੂ ਹੋ, ਕਿਉਂਕਿ ਜਿੰਨੀ ਵੀ ਡਿਟੌਕਸੀਫਿਕੇਸ਼ਨ ਲਿਵਰ 'ਚ ਹੋਣੀ ਹੈ ਜਾ ਕੇ, ਤੇ ਉਹਦੇ ਸਾਈਡ ਇਫੈਕਟ ਹੀ ਕਈ ਵਾਰ ਉਸ ਮੈਡੀਸਨ ਦੇ ਇੰਨੇ ਹੋ ਜਾਂਦੇ ਕਿ ਬਿਮਾਰੀ ਤਾਂ ਇੱਕ ਤਰਫ ਰਹਿ ਜਾਂਦੀ ਹੈ, ਸਾਈਡ ਇਫੈਕਟ ਸਾਹਮਣੇ ਆਉਂਦੇ ਨੇ। ਜੀ। ਅੱਛਾ, ਉਸ ਤੋਂ ਸਾਈਡ ਇਫੈਕਟ ਇੱਕ ਪਾਸੇ, ਔਰ ਉਸ ਤੋਂ ਬਾਅਦ ਫਿਰ ਹੌਲੀ ਜਿਹੜੇ ਹੈ ਹੋਰ ਆਰਗਨਸ 'ਚ ਡਿਫੈਕਟ ਆਉਣੇ ਸ਼ੁਰੂ ਹੋ ਜਾਂਦੇ ਤੇ ਫਿਰ ਇਹੋ ਜਿਹੀਆਂ ਤੁਹਾਨੂੰ ਪਤਾ ਹੈ ਬਿਮਾਰੀਆਂ ਆਉਣੀ ਸ਼ੁਰੂ ਹੁੰਦੀਆਂ। ਔਰ ਉਸ ਤੋਂ ਬਾਅਦ ਫਿਰ ਡਰੱਗ ਰੈਜ਼ਿਸਟੈਂਸ ਸ਼ੁਰੂ ਹੋ ਜਾਂਦੀ ਹੈ। ਜੀ। ਜਿਵੇਂ ਮੰਨ ਲਓ ਤੁਸੀਂ ਕੋਈ ਦਵਾਈ ਖਾ ਰਹੇ ਹੋ ਔਰ ਉਹ ਕਾਫੀ ਦੇਰ ਤੱਕ ਦਵਾਈ ਤੁਹਾਡੀ ਚੱਲਦੀ ਹੈ, ਉਹ ਦਵਾਈ ਤੁਹਾਡੇ 'ਤੇ ਅਸਰ ਹੀ ਕਰਨਾ ਬੰਦ ਕਰ ਦਿੰਦੀ। ਬਿਲਕੁਲ। ਤੁਸੀਂ ਇੱਕ ਦੇਖੋ ਮਾਈਗ੍ਰੇਨ 'ਚ ਲੋਕੀ ਦਵਾਈਆਂ ਖਾਂਦੇ ਨੇ, ਪਹਿਲਾਂ ਤਾਂ ਇੱਕ ਸਿੰਪਲ ਪੇਨ ਕਿਲਰ ਤੋਂ ਸਟਾਰਟ ਕਰਦੇ ਨੇ, ਉਹਦੀ ਫ੍ਰੀਕੁਐਂਸੀ ਵੱਧ ਜਾਂਦੀ ਹੈ, ਅਲਟੀਮੇਟਲੀ ਫਿਰ ਉਹ ਅਸਰ ਹੀ ਕਰਨਾ ਬੰਦ, ਫਿਰ ਦੈਨ ਯੂ ਹੈਵ ਟੂ ਸਵਿਚ ਓਵਰ ਟੂ ਅਨਦਰ ਪੇਨ ਕਿਲਰ। ਜੀ। ਸੋ ਕਹਿਣ ਦਾ ਭਾਵ ਇਹ ਹੈ ਕਿ ਜਦੋਂ ਤੁਸੀਂ ਬਾਡੀ ਦੇ ਅਗੇਂਸਟ ਕੋਈ ਕੰਮ ਕਰਦੇ ਹੋ ਤਾਂ ਫਿਰ ਉੱਥੇ ਬਾਡੀ ਰੈਜ਼ਿਸਟ ਕਰਦੀ ਹੈ, ਔਰ ਬਾਡੀ ਰੈਜ਼ਿਸਟ ਔਰ ਸਾਈਡ ਇਫੈਕਟਸ ਦੇ ਨਾਲ ਉਹ ਡਿਜ਼ੀਜ਼ ਜਿਹੜੀ ਕੰਪਲਿਕੇਟ ਹੋ ਜਾਂਦੀ ਹੈ। ਜੀ। ਸੋ ਇਹ ਜਿਹੜੀ ਚੀਜ਼ ਹੈ ਇਹ ਹੋ ਰਹੀ ਹੈ ਅੱਜਕੱਲ੍ਹ। ਦਰਸ਼ਕੋ, ਤੁਹਾਨੂੰ ਦੱਸ ਦਈਏ ਕਿ ਡਾਕਟਰ ਵਿਨੋਦ ਕੁਮਾਰ ਦੇ ਨਾਲ ਅਸੀਂ ਹੈਲਥ ਕੇਅਰ ਦੇ ਵਿੱਚ ਪ੍ਰੋਪਰ ਹੋਮਿਓਪੈਥੀ ਦੀ ਸੀਰੀਜ਼ ਕਰਨੀਆਂ ਨੇ ਔਰ ਬਿਮਾਰੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ, ਉਹਨਾਂ ਦੇ ਮਿਜਾਜ਼ ਸਮਝਣ ਦੀ ਕੋਸ਼ਿਸ਼ ਕਰਾਂਗੇ, ਖਾਸ ਕਰ ਬਾਡੀ ਦਾ ਮਿਜਾਜ਼ ਸਮਝਣ ਦੀ ਕੋਸ਼ਿਸ਼ ਕਰਾਂਗੇ। ਜੋ ਸਭ ਤੋਂ ਇੰਪੋਰਟੈਂਟ ਹੈ ਕਿ ਕਿਸ ਚੀਜ਼ ਨੂੰ ਧਿਆਨ 'ਚ ਰੱਖ ਕੇ ਅਸੀਂ ਦਵਾਈਆਂ ਲੈਣੀਆਂ ਨੇ, ਕਿਸ ਤਰ੍ਹਾਂ ਦੀ ਦਵਾਈਆਂ ਲੈਣੀਆਂ ਨੇ, ਕਿਵੇਂ ਲੈਣੀਆਂ ਨੇ, ਕਿੰਨੀ ਮਾਤਰਾ 'ਚ ਲੈਣੀਆਂ ਨੇ। ਹੋਮਿਓਪੈਥੀ ਨੂੰ ਬਾਰੀਕੀ 'ਚ ਸਮਝਣ ਦਾ ਸਾਡਾ ਯਤਨ ਰਹੇਗਾ। ਡਾਕਟਰ ਸਾਹਿਬ, ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਮਾਈਗ੍ਰੇਨ ਦੀ, ਤਾਂ ਡਾਕਟਰ ਆਮ ਕਹਿ ਦਿੰਦੇ ਨੇ ਕਿ ਐਲੋਪੈਥੀ ਡਾਕਟਰਸ ਦੀ ਮੈਂ ਗੱਲ ਕਰ ਰਹੀ ਹਾਂ ਕਿ ਜੇਕਰ ਤੁਹਾਨੂੰ ਲੱਗੇ ਕਿ ਅੱਜ ਤੁਹਾਨੂੰ ਸਿਰ ਦਰਦ ਸ਼ੁਰੂ ਹੋ ਜਾਏਗਾ ਤਾਂ ਤੁਸੀਂ ਪਹਿਲਾਂ ਹੀ ਇਹ ਦਵਾਈ ਲੈ ਲੈਣੀ ਹੈ, ਜਾਂ ਜੇਕਰ ਤੁਹਾਨੂੰ ਲੱਗੇ ਕਿ ਤੁਹਾਡੇ ਬੱਚੇ ਨੂੰ ਬੁਖਾਰ ਹੋਣ ਵਾਲਾ ਹੈ ਤਾਂ ਉਸ ਤੋਂ ਪਹਿਲਾਂ ਹੀ ਤੁਸੀਂ ਜਿਹੜੇ PCM ਲਿਕਵਿਡ ਆ ਉਹ ਬੱਚੇ ਨੂੰ ਦੇ ਦੇਣਾ ਹੈ, ਜਾਂ ਤੁਹਾਨੂੰ ਲੱਗੇ ਵੀ ਅੱਜ ਮੈਨੂੰ ਜੋੜਾਂ ਦਾ ਦਰਦ ਹੋਏਗਾ ਜਾਂ ਥਕਾਵਟ ਹੋਏਗੀ ਤਾਂ ਤੁਸੀਂ ਉਸ ਤੋਂ ਪਹਿਲਾਂ ਹੀ ਉਹ ਦਵਾਈ ਲੈ ਲੈਣੀ ਹੈ। ਇਹ ਚੀਜ਼ ਕਿੱਥੋਂ ਤੱਕ ਸਹੀ ਹੈ ਕਿ ਦਵਾਈ ਤੁਹਾਡੇ ਪੇਨ ਜਿਹੜਾ ਹੈ ਉਸ ਦਾ ਉਹਨੂੰ ਉਜਾਗਰ ਹੋਣ ਤੋਂ ਪਹਿਲਾਂ ਹੀ ਲੈ ਲਿਆ ਜਾਵੇ ਦਵਾਈ ਨੂੰ? ਕੋਈ ਵੀ ਜਿਹੜਾ ਸਿੰਪਟਮ ਆਉਂਦਾ ਹੈ ਉਹ ਬਾਡੀ ਦੀ ਆਪਣੀ ਇੱਕ ਲੈਂਗੁਏਜ ਹੈ ਉਸ ਨੂੰ ਰਿਪਰੈਜ਼ੈਂਟ ਕਰਨ ਦੀ। ਮੰਨ ਲਓ ਤੁਸੀਂ ਕੋਈ ਐਗਜ਼ਰਸ਼ਨ ਕੀਤੀ ਹੈ, ਥਕਾਵਟ ਹੋਣਾ ਲਾਜ਼ਮੀ ਹੈ, ਔਰ ਉਸ ਵਾਸਤੇ ਤੁਸੀਂ ਜੇ ਪੇਨ ਕਿਲਰ ਲੈਣਾ ਸ਼ੁਰੂ ਕਰਦੇ ਹੋ ਜਾਂ ਕੋਈ ਹੋਰ ਸਟਿਮੂਲੈਂਟਸ ਵਗੈਰਾ ਲੈਣੇ ਸ਼ੁਰੂ ਕਰਦੇ ਹੋ, ਉਹਦੇ ਨਾਲ ਹੋਏਗਾ ਕਿ ਅਲਟੀਮੇਟਲੀ ਬਾਡੀ ਜਿਹੜੇ ਪ੍ਰੋਸੈਸਿਸ ਉਹ ਐਗਜ਼ੌਸਟ ਹੋ ਜਾਂਦੇ ਨੇ ਐਂਡ ਯੂ ਫੈਲ ਸਿਕ। ਔਰ ਬਿਮਾਰੀਆਂ ਫਿਰ ਇਹੋ ਜਿਹੀ ਲੌਂਗ ਟਰਮ ਲੱਗਦੀਆਂ ਨੇ ਜਿਨ੍ਹਾਂ ਦਾ ਫਿਰ ਸਾਨੂੰ ਇਲਾਜ ਜਿਹੜਾ ਹੈ ਕਈ ਵਾਰੀ ਬਹੁਤ ਹੀ
ਲੌਂਗ ਟਰਮ ਲੈਣਾ ਪੈਂਦਾ। ਔਰ ਐਲੋਪੈਥੀ ਤੇ ਫਿਰ ਪੂਰੀ ਉਮਰ ਹੀ ਚੱਲਦਾ ਹੈ। ਕਿਸੇ ਦੀ ਗੋਲੀਆਂ ਅੱਜ ਤੱਕ ਡਾਇਬਟੀਜ਼ ਦੀ ਬੰਦ ਨਹੀਂ ਹੋਈਆਂ, ਕਿਸੇ ਦੀ ਹਾਈਪਰਟੈਂਸ਼ਨ ਦੀ ਬੰਦ ਨਹੀਂ ਹੋਈਆਂ, ਕਿਸੇ ਦੀ ਮਾਈਗ੍ਰੇਨ ਦੀ ਨਹੀਂ ਬੰਦ ਹੋਈਆਂ, ਕਿਸੇ ਦੀ ਥਾਇਰਾਇਡ ਦੀ ਨਹੀਂ ਬੰਦ ਹੋਈਆਂ। ਅਲਟੀਮੇਟਲੀ ਫਿਰ ਇਹ ਜਿਹੜੀ ਬੋਡੀ ਦੀ ਪ੍ਰੋਸੈਸਿਸ ਜਦੋਂ ਅਸੀਂ ਹਿੰਡਰ ਕਰਨਾ ਸ਼ੁਰੂ ਕਰਦੇ, ਛੋਟੀ ਛੋਟੀ ਇਲਾਮਤ ਤੇ ਅਸੀਂ ਹਰੇਕ ਪੌਪ ਦਾ ਪਿਲ ਐਟੀਟਿਊਡ ਰੱਖ ਲੈਂਦੇ ਹਾਂ, ਤੇ ਇਹਦੇ ਨਾਲ ਜਿਹੜਾ ਹੈ ਉਹ ਡਰਗ ਰੈਜ਼ਿਸਟੈਂਸ ਵੀ ਹੁੰਦੀ ਹੈ ਔਰ ਅੱਗੇ ਜਾ ਕੇ ਬਿਮਾਰੀਆਂ ਜਿਹੜੀਆਂ ਕੰਪਲਿਕੇਟ ਵੀ ਹੁੰਦੀਆਂ ਨੇ। ਔਰ ਇਹ ਐਟੀਟਿਊਡ ਸਾਨੂੰ ਰੱਖਣਾ ਨਹੀਂ ਚਾਹੀਦਾ। ਹੁਣ ਤੁਸੀਂ ਜੇ ਬਾਹਰ ਕਦੇ ਮੇਰੇ ਕੋਲ ਬਾਹਰ ਦੇ ਪੇਸ਼ੈਂਟ ਵੀ ਆਉਂਦੇ ਨੇ ਜਦੋਂ, ਤੇ ਉਹ ਇਹੀ ਦੱਸਦੇ ਨੇ ਕੈਨੇਡਾ ਵਗੈਰਾ ਅਮਰੀਕਾ, ਤੇ ਕਹਿੰਦੇ ਵੀ ਉੱਥੇ ਜਦੋਂ ਵੀ ਕੋਈ ਪੇਸ਼ੈਂਟ ਜਾਂਦਾ ਤਾਂ ਮਾੜੀ ਮੋਟੀ ਬਿਮਾਰੀ ਵਾਸਤੇ ਕਦੇ ਵੀ ਉਹ ਦਵਾਈ ਨਹੀਂ ਦੇਣਗੇ ਤੁਹਾਨੂੰ। ਵਾਇਰਲ ਫੀਵਰ ਵਾਸਤੇ ਕਦੇ ਨਹੀਂ ਉਹ ਦਵਾਈ ਦਿੰਦੇ ਜੀ, ਉਹ ਸਿਰਫ ਪੈਰਾਸੀਟਾਮੋਲ ਦੀ, ਕਿ ਬੁਖਾਰ ਵਧੇ ਤਾਂ ਹੀ ਉਹ ਮੈਡੀਸਨ ਖਾਣੀ ਜੀ। ਤੇ ਇਸ ਦਿਨ ਉਹ ਤੁਸੀਂ ਹੋਰ ਇੱਕ WHO ਦੀ ਸਟੱਡੀ ਆਈ ਹੈ ਕਿ ਸਾਡੇ ਇੰਡੀਅਨ ਸਬ ਕੰਟੀਨੈਂਟ 'ਚ, ਏਸ਼ੀਅਨ ਸਬ ਕੰਟੀਨੈਂਟ 'ਚ ਇੰਨੀ ਕੁ ਐਂਟੀਬਾਇਓਟਿਕ ਰੈਜ਼ਿਸਟੈਂਸ ਹੈ, ਡਾਕਟਰ ਜਾਂਦੇ ਸਿੱਧੇ ਐਂਟੀਬਾਇਓਟਿਕ ਸ਼ੁਰੂ ਕਰ ਦਿੰਦੇ ਨੇ। ਔਰ ਐਂਟੀਬਾਇਓਟਿਕ ਖਾਂਦੇ ਖਾਂਦੇ ਐਂਟੀਬਾਇਓਟਿਕ ਰੈਜ਼ਿਸਟੈਂਸ ਐਡੀ ਹੋ ਚੁੱਕੀ ਹੈ, ਉਹਨਾਂ ਨੇ ਇਹ ਕਿਹਾ ਕਿ ਆਉਣ ਵਾਲੇ ਟਾਈਮ 'ਚ ਜਦੋਂ ਵੀ ਕੋਈ ਐਸਾ ਕੋਈ ਬੈਕਟੀਰੀਅਲ ਵਾਇਰਲ ਇਨਫੈਕਸ਼ਨ ਫੈਲੇ ਤਾਂ ਕਾਫੀ ਮੌਤਾਂ ਇਹਦੇ ਨਾਲ ਹੋ, ਕਿਉਂਕਿ ਐਂਟੀਬਾਇਓਟਿਕ ਅਸਰ ਹੀ ਕੋਈ ਨਹੀਂ ਕਰੇਗਾ। ਔਰ ਇਹ ਚੀਜ਼ ਹੈ। ਤਾਂ ਪੌਪ ਦਾ ਪਿਲ ਐਟੀਟਿਊਡ ਛੱਡ ਕੇ ਬੋਡੀ ਨੂੰ ਜਿਹੜਾ ਹੈ ਇੱਕ ਸਮਾਂ ਜਿਹੜਾ ਹੈ ਉਹ ਇਹਦੀ ਜਿਹੜੀ ਨੈਚੁਰਲ ਰਾਈਮਸ ਨੇ, ਇਹਦੀਆਂ ਰਿਦਮ ਹੈ ਬੋਡੀ ਦੀ, ਉਹਨੂੰ ਸਾਨੂੰ ਰਿਸਪੈਕਟ ਕਰਨਾ ਚਾਹੀਦਾ। ਔਰ ਪੌਪ ਦਾ ਐਟੀਟਿਊਡ ਜਿਹੜਾ ਉਹ ਨਹੀਂ ਰੱਖਣਾ ਚਾਹੀਦਾ ਜੀ। ਹਾਂਜੀ ਡਾਕਟਰ ਸਾਹਿਬ, ਜਿਸ ਤਰ੍ਹਾਂ ਅੱਜ ਕੱਲ੍ਹ ਹੁੰਦਾ ਹੈ ਕਿ ਹਰ ਇੱਕ ਡਾਕਟਰ ਨੂੰ ਵੀ ਪੈਸੇ ਕਮਾਉਣ ਦਾ ਬਹੁਤ ਜ਼ਿਆਦਾ ਰਹਿੰਦਾ ਹੈ, ਉਸ ਨੂੰ ਐਵੇਂ ਹੁੰਦਾ ਹੈ ਪ੍ਰਾਈਵੇਟ ਡਾਕਟਰਸ ਦੀ ਮੈਂ ਖਾਸ ਕਰ ਗੱਲ ਕਰਾਂ ਕਿ ਜ਼ਿਆਦਾ ਤੋਂ ਜ਼ਿਆਦਾ ਪੇਸ਼ੈਂਟ ਉਹ ਭੁਗਤਾ ਦੇਵੇ, ਤਾਂ ਜਿਸ ਨਾਲ ਕਿ ਜਿੰਨਾ ਹੁਣ ਤੱਕ ਮੈਂ ਫੀਲ ਕੀਤਾ ਕਿ ਡਾਕਟਰਸ ਪੇਸ਼ੈਂਟ ਦੀ ਗੱਲ ਨੂੰ ਉਹਨਾਂ ਸੰਜੀਦਗੀ ਦੇ ਨਾਲ ਨਹੀਂ ਸੁਣਦੇ, ਜਾਂ ਜੇਕਰ ਪੇਸ਼ੈਂਟ ਕੁਐਸਚਨ ਕਰਦਾ ਹੈ ਤਾਂ ਕਈ ਵਾਰ ਉਸਨੂੰ ਗੁੱਸੇ ਨਾਲ ਵੀ ਬੋਲਦੇ ਹੈ ਕਿ ਨਹੀਂ ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ। ਜਦੋਂ ਤੁਸੀਂ ਹੋਮੋਪੈਥੀ 'ਚ ਇਲਾਜ ਕਰਦੇ ਹੋ ਤਾਂ ਇਹ ਮੰਨਿਆ ਜਾਂਦਾ ਕਿ ਇੱਕ ਹੋਮੋਪੈਥੀਸ਼ੀਅਨ ਜੋ ਹੈ ਉਹ ਪ੍ਰੋਪਰਲੀ ਪੇਸ਼ੈਂਟ ਦੀ ਸਾਰੀ ਹਿਸਟਰੀ ਲੈ ਕੇ ਤਾਂ ਹਰ ਇੱਕ ਡਿਜ਼ੀਜ਼ ਨੂੰ, ਹਰ ਇੱਕ ਬਿਮਾਰੀ ਨੂੰ, ਹਰ ਇੱਕ ਦਵਾਈ ਨੂੰ ਇੰਟਰਕਨੈਕਟ ਕਰਦਾ, ਕੋਰਿਲੇਟ ਕਰਦਾ। ਤੁਹਾਡਾ ਕੀ ਕਹਿਣਾ? ਮੈਮ, ਐਲੋਪੈਥੀ ਔਰ ਹੋਮਿਓਪੈਥਿਕ ਕੇਸ ਟੇਕਿੰਗ 'ਚ ਬਹੁਤ ਵੱਡਾ ਡਿਫਰੈਂਸ ਇਹ ਹੈ ਕਿ ਹੋਮਿਓਪੈਥਿਕ ਹੋਲਿਸਟਿਕ ਸਾਇੰਸ ਹੈ ਜੀ, ਔਰ ਇਹ ਮਨ ਔਰ ਸਰੀਰ ਨੂੰ ਦੋਹਾਂ ਨੂੰ ਨਾਲ ਲੈ ਕੇ ਕੰਬਾਈਨ ਕਰਕੇ ਜਦੋਂ ਦੇਖਦੀ ਹੈ। ਹੁਣ ਸਪੋਜ਼ ਕਰੋ ਜੇ ਕੋਈ ਬੰਦਾ ਸਾਡੇ ਕੋਲ ਆਉਂਦਾ ਥਾਇਰਾਇਡ ਹੈਗਾ, ਤੇ ਜਦੋਂ ਅਸੀਂ ਵਰਕਆਊਟ ਕਰਾਂਗੇ ਉਹਦੀ ਹਿਸਟਰੀ, ਤੇ ਉਹਦੀ ਪੁਰਾਣੀ ਹਿਸਟਰੀ ਸਾਰੀ ਵਰਕਆਊਟ ਆਪਾਂ ਕਰਦੇ ਹਾਂ। ਉਹਨੂੰ ਕਿਸ ਤਰ੍ਹਾਂ ਕੋਈ ਚੀਜ਼, ਜਿਵੇਂ ਲਾਈਫ 'ਚ ਉਤਾਰ ਚੜਾਵ ਆਉਂਦੇ ਨੇ, ਸਟ੍ਰੈਸ ਹੁੰਦਾ ਉਹਨੂੰ, ਔਰ ਸਟ੍ਰੈਸ ਨੂੰ ਉਹਨਾਂ ਨੇ ਕਿਸ ਤਰ੍ਹਾਂ ਲਿਆ, ਹਾਊ ਸ਼ੀ ਹੈ ਔਰ ਹੀ ਹੈਜ਼ ਰਿਐਕਟਡ ਡਿਊਰਿੰਗ ਦ ਸਟ੍ਰੈਸ, ਇਹ ਸਾਰੀਆਂ ਚੀਜ਼ਾਂ ਕੰਸੀਡਰ ਕਰਦੇ ਹੋਏ ਉਹਦੀ ਫਿਜ਼ੀਕਲ ਪ੍ਰੋਬਲਮ ਕੀ ਹੈ ਔਰ ਫਿਜ਼ੀਕਲ ਮੋਡੈਲਿਟੀਜ਼ ਕੀ ਨੇ, ਇਹ ਸਾਰਾ ਕੁਝ ਸਟੱਡੀ ਕਰਕੇ ਔਰ ਉੱਪਰੋਂ ਮਨੋ ਵਿਸ਼ਲੇਸ਼ਣ ਕਰਕੇ ਪੂਰਾ ਜਦੋਂ ਅਸੀਂ ਦਵਾਈ ਦਿੰਦੇ ਹਾਂ, ਤੇ ਫਿਰ ਉਹ ਮੈਡੀਸਨ ਜਿਹੜੀ ਹੈ ਇਟ ਸਿੰਕਰੋਨਾਈਜ਼ਸ ਵਿਦ ਹਿਜ਼ ਜੈਨੇਟਿਕਸ, ਹਿਜ਼ ਔਰ ਹਰ ਜੈਨੇਟਿਕਸ। ਤਾਂ ਇਹਨੂੰ ਕਹਿੰਦੇ ਆਪਾਂ ਜੈਨੇਟਿਕਲ ਕੰਸਟੀਟਿਊਸ਼ਨਲ ਸਿਮਿਲਰਿਜ਼ਮ। ਜਦੋਂ ਆਪਾਂ ਇਹ ਕਰਦੇ ਹਾਂ ਤੇ ਨਾਟ ਓਨਲੀ ਇਟ ਇਨਕਰੀਜ਼ ਦਾ ਰੈਜ਼ਿਸਟੈਂਸ, ਔਰ ਜਿਹਨੂੰ ਆਪਾਂ ਬ੍ਰੌਡਲੀ ਕਹਿ ਲਈ ਇਮਿਊਨਿਟੀ ਨੂੰ ਰੇਜ਼ ਕਰਦੀ ਹੈ, ਬਟ ਐਟ ਦ ਸੇਮ ਟਾਈਮ ਇਟ ਹਾਰਮੋਨਾਈਜ਼ਸ ਹੋਲ ਆਫ ਯੂਰ ਬੋਡੀ, ਔਰ ਜਿਹੜੀ ਇਹ ਬਿਮਾਰੀ ਜਿਹੜੀ ਉਹ ਪਨਪਦੀ ਨਹੀਂ। ਡਾਕਟਰ ਸਾਹਿਬ, ਇਸ ਤਰ੍ਹਾਂ ਦੀ ਕਿਹੜੀਆਂ ਬਿਮਾਰੀਆਂ ਨੇ ਜਿਹਦਾ ਐਲੋਪੈਥੀ ਦੇ ਵਿੱਚ ਇਲਾਜ ਹੀ ਨਹੀਂ ਹੈ? ਸੰਭਵ ਦੀ ਗੱਲ ਨਹੀਂ ਮੈਂ ਕਰ ਰਹੀ, ਇਲਾਜ ਹੀ ਨਹੀਂ ਹੈ, ਔਰ ਹੋਮੋਪੈਥੀ 'ਚ ਤੁਸੀਂ ਕਹਿੰਦੇ ਹੋ ਬਿਲਕੁਲ ਸਾਡੇ ਕੋਲ ਇਸ ਦਾ ਇਲਾਜ ਹੈ। ਜਿਵੇਂ ਆਪਾਂ ਹੁਣੇ ਗੱਲ ਕਰ ਰਹੇ ਸੀ ਕਿ ਜਿਸ ਤਰ੍ਹਾਂ ਤੁਹਾਨੂੰ ਕੰਨਾਂ 'ਚ ਬੇਵਜ੍ਹਾ ਆਵਾਜ਼ਾਂ ਸੁਣਾਈ ਦਿੰਦੀਆਂ ਨੇ, ਉਸ ਦਾ ਐਲੋਪੈਥੀ 'ਚ ਕੋਈ ਇਲਾਜ ਨਹੀਂ ਹੈ, ਤੇ ਹੋਮੋਪੈਥੀ ਵਾਲੇ ਇਸ ਨੂੰ ਕਿਸ ਤਰ੍ਹਾਂ ਲੈਂਦੇ ਹੈ? ਜਿੱਥੇ ਤੱਕ ਬਿਮਾਰੀਆਂ ਦੇ ਇਲਾਜ ਦੀ ਗੱਲ ਹੈ ਜੀ, ਇਲਾਜ ਦਾ ਜਿਹੜਾ ਤਰੀਕਾ ਹੈ, ਹਰ ਬਿਮਾਰੀ ਦਾ ਇਲਾਜ ਹੋਮਿਓਪੈਥੀ 'ਚ ਵੀ ਹੈ ਔਰ ਐਲੋਪੈਥੀ 'ਚ ਵੀ ਆਪਣੇ ਆਪਣੇ ਤਰੀਕੇ ਨਾਲ ਕਰਦੇ ਆ ਸਾਰੇ, ਬਟ ਇਲਾਜ ਦੀ ਇਫੈਕਟਿਵਿਟੀ ਔਰ ਉਹਦਾ ਆਊਟਕਮ ਇਹ ਮੈਟਰ ਕਰਦਾ ਜੀ। ਐਲੋਪੈਥੀ 'ਚ ਜਦੋਂ ਤੁਸੀਂ ਕੋਈ ਵੀ ਇੱਕ ਬਿਮਾਰੀ ਦੀ ਕੋਈ ਅੱਜ ਦਵਾਈ ਸ਼ੁਰੂ ਕਰਦੇ ਹੋ, 2 ਜਾਂ 3 ਸਾਲਾਂ ਬਾਅਦ ਤੁਹਾਡੇ ਕੋਲ ਇੱਕ ਬਹੁਤ ਹੀ ਨੰਬਰ ਆਫ ਡਿਜ਼ੀਜ਼ਸ ਤੁਹਾਡੇ ਕੋਲ ਹੁੰਦੀਆਂ ਨੇ ਔਰ ਉਹਨਾਂ ਦਾ ਤੁਸੀਂ ਇਲਾਜ ਕਰ ਰਹੇ ਹੁੰਦੇ ਹੋ, ਕਿਉਂਕਿ ਸਾਈਡ ਇਫੈਕਟ ਇੰਨੇ ਹੋ ਜਾਂਦੇ ਉਹਨਾਂ ਦਵਾਈਆਂ ਦੇ, ਅਲਟੀਮੇਟਲੀ ਸਾਰਾ ਬੋਡੀ ਦਾ ਰਿਦਮ ਹੀ ਡਿਸਟਰਬ ਹੋ ਜਾਂਦਾ। ਐਟ ਦੀ ਸੇਮ ਟਾਈਮ ਜਦੋਂ ਆਪਾਂ ਹੋਮਿਓਪੈਥੀ ਦੀ ਗੱਲ ਕਰਦੇ ਹਾਂ ਤਾਂ ਇੱਥੇ ਬੋਡੀ ਦੇ ਰਿਦਮ ਦੇ ਅਕੋਰਡਿੰਗ ਔਰ ਉਹਦੇ ਕੰਸਟੀਟਿਊਸ਼ਨ ਦੇ ਅਕੋਰਡਿੰਗ ਜਦੋਂ ਆਪਾਂ ਮੈਡੀਸਨ ਦਿੰਦੇ ਹਾਂ, ਨਾਟ ਓਨਲੀ ਬੋਡੀ ਦਾ ਰਿਦਮ ਸੈੱਟ ਹੁੰਦਾ ਔਰ ਹੌਲੀ ਹੌਲੀ ਬਿਮਾਰੀ ਦੀ ਜਿਹੜੀ ਸਸੈਪਟੇਬਿਲਿਟੀ ਹੈ ਜਾਂ ਟੈਂਡੈਂਸੀ ਹੈ ਸਾਡੀ, ਉਹ ਵੀ ਚਲੀ ਜਾਂਦੀ ਹੈ। ਅਤੇ ਇੱਦਾਂ ਹੀ ਕੁਛ ਬਿਮਾਰੀਆਂ ਜਿਹਦੇ ਬਾਰੇ ਤੁਸੀਂ ਪੁੱਛਿਆ ਵੀ ਜੇ ਐਲੋਪੈਥੀ 'ਚ ਇਲਾਜ ਹੈ ਹੀ ਨਹੀਂ ਹੈ ਔਰ ਹੋਮਿਓਪੈਥੀ 'ਚ ਬੜੀਆਂ ਸਾਰੀਆਂ ਇਹੋ ਜਿਹੀਆਂ ਬਿਮਾਰੀਆਂ ਨੇ। ਹੁਣ ਜੇ ਫੋਰ ਐਗਜ਼ਾਮਪਲ ਆਪਾਂ ਥਾਇਰਾਇਡ ਲੈ ਲਈਏ, ਇਲਾਜ ਦੋਹਾਂ ਪੈਥੀਆਂ 'ਚ ਨੇ ਪਰ ਆਪਣੇ ਆਪਣੇ ਤਰੀਕੇ ਨਾਲ ਕਰਦੇ। ਇੱਕ ਪਾਸੇ ਤੁਹਾਨੂੰ ਲੌਂਗ ਟਰਮ ਮੈਡੀਸਨ ਖਾਣੀ ਪੈਂਦੀ ਹੈ ਤਾਂ ਉਮਰ, ਔਰ ਮੈਂ ਹੈਰਾਨ ਤੁਸੀਂ ਹੋਵੋਗੇ ਕਿ ਕਈ ਵਾਰ ਬੰਦੇ ਜਿਹੜੇ ਪੇਸ਼ੈਂਟਸ ਹੈਗੇ ਨੇ ਉਹ ਯੂਥਾਇਰਾਇਡ ਵੀ ਹੋ ਜਾਂਦੇ। ਮਨੇ ਥਾਇਰਾਇਡ ਉਹਨਾਂ ਦਾ ਨੋਰਮਲ ਹੈ ਬਟ ਸਿੰਪਟਮ ਸਾਰੇ ਉਹੀ, ਥਕਾਨ, ਕੌਨਸਟੀਪੇਸ਼ਨ, ਮੋਟਾਪਾ, ਸਲੋਨੈਸ ਆਫ ਐਵਰੀ ਫੰਕਸ਼ਨ ਆਫ ਦ ਬੋਡੀ, ਇਹ ਸਾਰੇ ਹਾਈਪੋਥਾਇਰਾਇਡਿਜ਼ਮ ਦੇ ਸਿੰਪਟਮ ਇਨ ਸਪਾਈਟ ਆਫ ਦ ਫੈਕਟ ਕਿ ਉਹ ਥਾਇਰੋਕਸਿਨ ਵੀ ਖਾ ਰਹੇ ਨੇ, ਉਹਨਾਂ ਦਾ TSH ਵੀ ਨੋਰਮਲ ਹੈ, ਪਰ ਸਿੰਪਟਮ ਸਾਰੇ ਉਹੀ ਨੇ। ਔਰ ਜਿਵੇਂ ਇੱਕ ਗੱਲ ਮੈਂ ਕਰ ਰਿਹਾ ਸੀਗਾ
ਟਿਨਾਈਟਿਸ ਇੱਕ ਪੀਜੀ ਦੇ ਡਾਕਟਰ ਮੇਰਾ ਰਾਬਤਾ ਹੋਇਆ ਅਤੇ ਉਹਨਾਂ ਨੇ ਮੈਨੂੰ ਪੁੱਛਿਆ ਵੀ ਡਾਕਟਰ ਸਾਹਿਬ ਟਿਨਾਈਟਿਸ ਦਾ ਅਸੀਂ ਬੜੇ ਪੇਸ਼ੈਂਟ ਸਾਡੇ ਕੋਲ ਆਉਂਦੇ ਨੇ ਅਤੇ ਇਹਦਾ ਇਲਾਜ ਵਗੈਰਾ ਬਾਰੇ ਪੁੱਛਦੇ ਨੇ ਅਤੇ ਸਾਡੇ ਕੋਲ ਤਾਂ ਤੁਹਾਡੇ ਕੋਲ ਕੋਈ ਚੀਜ਼ ਹੈ। ਉਹਨਾਂ ਨੇ 4-5 ਮੇਰੇ ਕੋਲ ਰੈਫਰ ਵੀ ਕੀਤੇ ਪੇਸ਼ੈਂਟ ਅਤੇ ਜਦੋਂ ਉਹ ਠੀਕ ਹੋਏ ਹੀ ਵਾਸ ਐਸਟੋਨਿਸ਼ਡ ਸੀ। ਕਈ ਵਾਰੀ ਕੀ ਹੁੰਦਾ ਬਿਮਾਰੀ ਜਿਹੜੀ ਹੈ ਉਹ ਫੰਕਸ਼ਨਲ ਲੈਵਲ 'ਤੇ ਹੁੰਦੀ, ਉਹਦੇ ਪੈਥੋਲੋਜੀਕਲ ਕੋਈ ਬੇਸਿਸ ਨਹੀਂ ਲੱਭਦਾ। ਐਲੋਪੈਥੀ 'ਚ ਉਦੋਂ ਤੱਕ ਕੋਈ ਇਲਾਜ ਨਹੀਂ ਹੈ ਕਿਸੇ ਵੀ ਚੀਜ਼ ਦਾ ਜਦੋਂ ਤੱਕ ਉਹ ਪੈਥੋਲੋਜੀਕਲ ਬੇਸਿਸ ਨਾ ਲੱਭੇ ਉਹਨਾਂ ਨੂੰ। ਜੀ ਜਦੋਂ ਫੰਕਸ਼ਨਲ ਚੇਂਜਸ ਹੁੰਦੀ ਹੈ ਬੋਡੀ 'ਚ ਉਦੋਂ ਹੀ ਨਿਬ ਦੀ ਪ੍ਰੋਬਲਮ ਐਟ ਦੀ ਬਟ ਇਹ ਹੋਮਿਓਪੈਥੀ 'ਚ ਹੀ ਹੈ ਸਿਰਫ। ਜੀ ਸੋ ਮੈਂ ਨਾ ਕਹਿਣਾ ਚਾਹਾਂ ਮੈਂ ਇਲਾਜ ਹਰ ਇੱਕ ਪੈਥੀ 'ਚ ਹੈ ਬਟ ਉਹਦਾ ਟਰੀਟ ਕਰਨ ਦਾ ਔਰ ਆਊਟਕਮ ਡਿਫਰੈਂਟ ਹੋ ਜਾਂਦੇ ਨੇ ਜਦੋਂ ਤੁਸੀਂ ਅਪਰੋਚ ਦੀ ਗੱਲ ਕਰਦੇ। ਹੋਮਿਓਪੈਥੀ ਦੀ ਇੱਕ ਆਪਣੀ ਅਪਰੋਚ ਹੈ, ਐਲੋਪੈਥੀ ਦੀ ਇੱਕ ਆਪਣੀ ਅਪਰੋਚ ਹੈ। ਹੋਮਿਓਪੈਥੀ ਨੂੰ ਲੈ ਕੇ ਲੋਕਾਂ ਦੇ ਦਿਮਾਗ ਵਿੱਚ ਬਹੁਤ ਸਾਰੇ ਮਿਥ ਨੇ ਕਿ ਬਹੁਤ ਸਲੋ ਕੰਮ ਕਰਦੀ ਹੈ, ਪਰ ਇਸ ਦੇ ਨਾਲ ਜਿਸ ਗੱਲ ਦਾ ਤੁਸੀਂ ਜ਼ਿਕਰ ਕੀਤਾ ਕਿ ਇਹ ਸਲੋ ਕੰਮ ਬੇਸ਼ੱਕ ਕਰਦੀ ਹੈ ਪਰ ਇਸ ਦੇ ਕੋਈ ਸਾਈਡ ਇਫੈਕਟਸ ਐਲੋਪੈਥੀ ਵਾਂਗ ਨਹੀਂ ਨੇ। ਜੇਕਰ ਤੁਸੀਂ ਐਲੋਪੈਥੀ ਦੀ ਮੈਡੀਸਿਨ ਲੌਂਗ ਟਰਮ ਵੀ ਲੈਂਦੇ ਹੋ ਤਾਂ ਕੋਈ ਗਾਰੰਟੀ ਨਹੀਂ ਹੈ ਕਿ ਉਹ ਮੈਡੀਸਿਨ ਵੀ ਛੁੱਟ ਜੇ। ਐਲੋਪੈਥੀ ਵਿੱਚ ਵੀ ਇਸ ਤਰ੍ਹਾਂ ਦੇ ਬਹੁਤ ਸਾਰੇ ਜਾਂ ਮੈਂ ਕਹਾਂ ਤਕਰੀਬਨ ਸਾਰੇ ਹੀ ਪੇਸ਼ੈਂਟਸ ਨੇ ਜਿਨ੍ਹਾਂ ਦੀ ਉਮਰ ਦਵਾਈ ਚੱਲਦੀ ਹੈ, ਫਿਰ ਵੀ ਟੈਸਟ ਵਿੱਚ ਕੁਝ ਬਹੁਤ ਜ਼ਿਆਦਾ ਰਿਕਵਰੀ ਦੇ ਮੈਨੂੰ ਲੱਗਦਾ ਵੀ ਸਾਈਨਸ ਉਹਨਾਂ ਨੂੰ ਨਹੀਂ ਮਿਲਦੇ ਹੈ। ਖੈਰ ਹੋਮਿਓਪੈਥੀ ਦੇ ਵਿੱਚ ਲਾ ਆਫ ਕਿਉਰ ਵੀ ਹੈ, ਉਸ ਬਾਰੇ ਸਾਨੂੰ ਸਮਝਾਓ। ਹੋਮਿਓਪੈਥੀ 'ਚ ਲਾ ਆਫ ਕਿਉਰ ਜੀ ਡਾਕਟਰ ਕੌਂਸਟੈਂਟਾਈਨ ਹੀਰਿੰਗ ਹੋਏ ਹੋਮਿਓਪੈਥੀ 'ਚ ਜੀ। ਉਹ ਅਮਰੀਕਨ ਫਿਜ਼ੀਸ਼ੀਅਨ ਸੀਗੇ ਹੋਮਿਓਪੈਥੀ ਅਤੇ ਉਹਨਾਂ ਨੇ ਇੱਕ ਲਾਅ ਕੁਆਇਨ ਕੀਤਾ ਕਿਉਂਕਿ ਸਾਡੀ ਜਿਹੜੀ ਬਾਡੀ ਹੈ ਜਦੋਂ ਡਿਵੈਲਪ ਹੁੰਦੀ ਹੈ ਇਨ ਦਾ ਮਦਰਸ ਫੋਰਮ ਜੀ ਅਤੇ ਉਹਦੇ 'ਚ 3 ਲੇਅਰਸ ਤੋਂ ਡਿਵੈਲਪ ਹੁੰਦੀ ਹੈ, ਐਕਟੋਡਰਮ, ਐਂਡੋਡਰਮ ਐਂਡ ਮੀਜ਼ੋਡਰਮ। ਔਰ ਜੇ ਤੁਸੀਂ ਐਨਰਜੀ ਗ੍ਰੇਡੀਐਂਟ ਵੀ ਦੇਖੋ ਅਤੇ ਬੱਚੇ ਦਾ ਸਿਰ ਮਦਰ ਦੀ ਵੋਮ ਸਭ ਤੋਂ ਵੱਡਾ ਹੁੰਦਾ ਜੀ। ਜਿੱਦਾਂ ਉਹਦੀ ਡਿਲੀਵਰੀ ਹੁੰਦੀ ਹੈ ਬਾਹਰ ਆ ਕੇ ਤੁਸੀਂ ਦੇਖੋਗੇ ਬਾਡੀ ਜਿਹੜੀ ਉਹ ਵੱਧਦੀ ਜਾਂਦੀ ਹੈ ਅਤੇ ਹੈਡ ਜਿਹੜਾ ਛੋਟਾ ਹੁੰਦਾ ਜਾਂਦਾ ਅਤੇ ਐਨਰਜੀ ਗ੍ਰੇਡੀਐਂਟ ਵੀ ਇਸ ਤਰ੍ਹਾਂ ਉੱਪਰੋਂ ਸਾਡੀ ਜਿਹੜੀ ਐਨਰਜੀ ਫਲੋ ਕਰਦੀ ਹੈ ਟੂਵਰਡਸ ਦੀ ਫੀਟ ਜੀ। ਅਤੇ ਇਸ ਕੰਸੈਪਟ ਨੂੰ ਜੇ ਆਪਾਂ ਥੋੜ੍ਹਾ ਹੋਰ ਐਕਸਪਲੋਰ ਕਰੀਏ ਤਾਂ ਡਾਕਟਰ ਕੌਂਸਟੈਂਟਾਈਨ ਹੀਰਿੰਗ ਕਹਿੰਦੇ ਸੀ ਦ ਡਿਜ਼ੀਜ਼ ਸ਼ੁੱਡ ਮੂਵ ਫਰੋਮ ਅਬਵ ਡਾਊਨਵਰਡਸ, ਫਰੋਮ ਸੈਂਟਰ ਟੂ ਪੈਰੀਫਰੀ, ਫਰੋਮ ਮੋਰ ਇੰਪੋਰਟੈਂਟ ਟੂ ਲੈਸ ਇੰਪੋਰਟੈਂਟ ਆਰਗਨ ਜੀ। ਔਰ ਉਸ ਤੋਂ ਬਾਅਦ ਇੱਕ ਡਾਕਟਰ ਜੇਮਸ ਟਾਇਲਰ ਕੈਂਟ ਹੋਏ, ਉਹਨਾਂ ਨੇ ਇੱਕ ਹੋਰ ਕਰੋਲਰੀ ਔਰ ਹੋਰ ਇੱਕ ਇਹਦਾ ਪੱਖ ਦੱਸਿਆ। ਉਹ ਇਹ ਸੀਗਾ ਕਿ ਇਫ ਦੈਟ ਪੇਸ਼ੈਂਟ ਇਜ਼ ਓਨਲੀ ਬੈਟਰ ਐਜ਼ ਟੂ ਹਿਜ਼ ਸਿੰਪਟਮਸ but his old complaint do not come back, it means that his disease processes are only being restrained, but that is not the case of cure। ਜਿਵੇਂ ਐਲੋਪੈਥੀ 'ਚ ਹੁੰਦਾ ਕਹਿਣ ਦਾ ਭਾਵ ਇਹਦਾ ਹੋਇਆ ਵੀ ਹੋਮਿਓਪੈਥੀ ਟ੍ਰੀਟਮੈਂਟ ਦੇ ਦੌਰਾਨ ਆਦਮੀ ਦੇ ਜੇ ਪੁਰਾਣੇ ਲੱਛਣ ਵਾਪਸ ਨਹੀਂ ਆ ਰਹੇ, ਇਹਦਾ ਮਤਲਬ ਇਹ ਹੋਇਆ ਕਿ ਤੁਸੀਂ ਪੇਸ਼ੈਂਟ ਨੂੰ ਸਿੰਪਟੋਮੈਟਿਕਲੀ ਫॉर ਦ ਟਾਈਮ ਬਿੰਗ ਟ੍ਰੀਟ ਕਰ ਰਹੇ ਹੋ, ਉਹ ਕੇਸ ਠੀਕ ਨਹੀਂ ਹੋ ਰਿਹਾ। ਜਿਵੇਂ ਐਲੋਪੈਥੀ 'ਚ ਕੰਟਰੋਲ ਕਰਦੇ ਹਾਂ ਆਪਾਂ, ਕੰਟਰੋਲ ਕਰਦੇ ਸਾਈਡ ਇਫੈਕਟਸ ਇੰਨੇ ਹੋ ਜਾਂਦੇ ਨੇ ਔਰ ਅਲਟੀਮੇਟਲੀ ਫਿਰ ਉਹ ਬਿਮਾਰੀ ਜਿਹੜੀ ਹੈ ਠੀਕ ਹੋਣ ਦੀ ਬਜਾਏ ਉਹਦੀ ਕੰਪਲੀਕੇਸ਼ਨਸ ਕਈ ਹੋ ਜਾਂਦੀਆਂ। ਤੁਸੀਂ ਉਹਨਾਂ ਸਾਈਡ ਇਫੈਕਟਸ ਵਿੱਚ ਹੀ ਕਿਤੇ ਨਾ ਕਿਤੇ ਉਲਝ ਜਾਂਦੇ ਹੋ। ਔਰ ਸੈਕੰਡਲੀ ਜਦੋਂ ਇਸ ਲਾਅ ਆਫ ਕਿਉਰ ਨੂੰ ਆਪਾਂ ਐਕਸਪਲੇਨ ਕਰੀਏ, ਮੈਂ ਥੋੜ੍ਹਾ ਐਗਜ਼ਾਮਪਲ ਲਵਾਂਗਾ। ਅੱਜ ਕੱਲ੍ਹ ਬੱਚਿਆਂ 'ਚ ਇੱਕ ਬਿਮਾਰੀ ਹੁੰਦੀ ਅਟੋਪਿਕ ਡਰਮੇਟਾਈਟਿਸ। ਅਟੋਪਿਕ ਡਰਮੇਟਾਈਟਿਸ ਜਿਹੜਾ ਹੈ ਉਹ ਅੱਜ ਕੱਲ੍ਹ ਕਾਫੀ ਪ੍ਰੈਵਲੈਂਟ ਹੈ ਬੱਚਿਆਂ 'ਚ ਅਤੇ ਜਦੋਂ ਐਲੋਪੈਥੀ 'ਚ ਉਹ ਜਾਂਦੇ ਨੇ ਤਾਂ ਉਹ ਖਾਣ ਨੂੰ ਕੁਝ ਦਵਾਈਆਂ ਔਰ ਕੁਝ ਕਰੀਮਾਂ ਲਗਾਉਣ ਨੂੰ ਦਿੰਦੇ ਨੇ, ਬਲਕਿ ਉਹ ਸਟੀਰੋਇਡਲ ਬੇਸਡ ਹੁੰਦੀਆਂ ਨੇ। ਅੱਛਾ ਕੁਛ ਦੇਰ ਵਾਸਤੇ ਤਾਂ ਬੱਚਾ ਜਿਹੜਾ ਠੀਕ ਹੋਣਾ ਸ਼ੁਰੂ ਹੋ ਜਾਂਦਾ ਹੈ ਪਰ ਉੱਥੇ ਦਾਗ ਜਿਹਾ ਰਹਿ ਜਾਂਦਾ, ਕਾਲਾ ਜਿਹਾ ਦਾਗ ਜੀ। ਅੱਛਾ ਅਲਟੀਮੇਟਲੀ ਫਿਰ ਉਹ ਜਦੋਂ ਠੀਕ ਹੋ ਜਾਂਦਾ ਐਲਰਜਿਕ ਰੈਨਾਈਟਿਸ ਉਹਨੂੰ ਹੋ ਜਾਂਦਾ। ਐਲਰਜਿਕ ਰੈਨਾਈਟਿਸ ਤਾਂ ਐਂਟੀ ਐਲਰਜਿਕ ਜਿਹੜੀਆਂ ਸਿਟਰਜ਼ਨ, ਲਿਵੋਸਿਟਰਜ਼ਨ ਔਰ ਇਸ ਤਰ੍ਹਾਂ ਦੀਆਂ ਦਵਾਈਆਂ ਚੱਲਦੀਆਂ ਨੇ। ਫਿਰ ਐਲਰਜਿਕ ਕਫ ਸ਼ੁਰੂ ਹੋ ਜਾਂਦਾ। ਜਦੋਂ ਐਲਰਜਿਕ ਕਫ ਤੋਂ ਬਾਅਦ ਐਲਰਜਿਕ ਆਸਥਮਾ ਸ਼ੁਰੂ ਹੋ ਜਾਂਦਾ ਔਰ ਐਲਰਜਿਕ ਆਸਥਮਾ ਵਾਸਤੇ ਬੜੀ ਛੋਟੀ ਉਮਰੇ ਹੀ ਉਹਨਾਂ ਨੂੰ ਪਫ ਲੈਣਾ ਪੈਂਦਾ ਅਤੇ ਇਹ ਤਾਂ ਹੋ ਗਿਆ ਸਪਰੈਸ਼ਨ ਆਫ ਦ ਡਿਜ਼ੀਜ਼। ਇੱਕ ਬਿਮਾਰੀ ਜਿਹੜੀ ਐਟੋਪਿਕ ਡਰਮੇਟਾਈਟਿਸ ਸੀ, ਦੈਟ ਐਟੋਪਿਕ ਡਰਮੇਟਾਈਟਿਸ ਸੁਪਰੈਸ ਜਦੋਂ ਹੋਇਆ ਅਤੇ ਉਹ ਜਾ ਕੇ ਬਿਮਾਰੀ ਬਣ ਗਈ ਐਲਰਜਿਕ ਆਸਥਮਾ ਜੀ। ਠੀਕ ਹੈ। ਔਰ ਜਦੋਂ ਅਸੀਂ ਹੋਮਿਓਪੈਥੀ 'ਚ ਉਹਦਾ ਕੰਸਟੀਟਿਊਸ਼ਨ ਬੱਚੇ ਦਾ ਸਾਰਾ ਸਟੱਡੀ ਕਰਾਂਗੇ ਤਾਂ ਉਹ ਬਿਮਾਰੀਆਂ ਰਿਵਰਸ ਆਰਡਰ 'ਚ ਅਪੀਅਰ ਹੋਣਗੀਆਂ। ਮੀਨਸ ਜਦੋਂ ਉਹਦੀ ਛਾਤੀ 'ਚ ਸਾਹ ਲੈਣਾ ਸੌਖਾ ਹੋ ਜਾਊਗਾ, ਉਹਨੂੰ ਖਾਂਸੀ ਹੋਗੀ, ਖਾਂਸੀ ਲੈਣ ਤੋਂ ਬਾਅਦ ਛਿੱਕਾਂ ਹੋਣਗੀਆਂ, ਛਿੱਕ ਹੋਣ ਤੋਂ ਬਾਅਦ ਅਟੋਪਿਕ ਡਰਮੇਟਾਈਟਿਸ ਦੁਬਾਰਾ ਰੀਅਪੀਅਰ ਹੋਏਗਾ ਜੀ। ਅਤੇ ਉੱਥੋਂ ਆਪਾਂ ਸਮਝ ਜਾਵਾਂਗੇ ਕਿ ਇਹਨੂੰ ਹੁਣ ਦੁਬਾਰਾ ਜਿਹੜਾ ਹੈ ਆਸਥਮਾ ਨਹੀਂ ਹੋਏਗਾ। ਔਰ ਵਾਂਸ ਇਟ ਇਜ਼ ਕਿਉਰਡ, ਇਟ ਇਜ਼ ਕਿਉਰਡ ਫॉरएवर। ਮਤਲਬ ਕਿ ਬਿਮਾਰੀ ਜਿਹੜੀ ਹੈ ਉਹ ਸਟੈਪ ਬਾਏ ਸਟੈਪ ਤੁਹਾਨੂੰ ਇੰਡੀਕੇਸ਼ਨ ਵੀ ਦਿੰਦੀ ਹੈ, ਤੁਹਾਨੂੰ ਪਤਾ ਲੱਗ ਜਾਂਦਾ ਹੈ। ਔਰ ਇਹ ਲਾਅ ਆਫ ਕਿਉਰ ਤੁਸੀਂ ਪਰਸਪੈਕਟਿਵ ਜੇ ਤੁਸੀਂ ਦੇਖੋ ਜੀ ਤਾਂ ਦੇਖੋ ਮੀਜ਼ੋਡਰਮ ਤੋਂ ਬਣਦੇ ਲੰਗਸ ਇਹ ਜਿਹੜੀ ਇੰਟਰਨਲ ਲੇਅਰ ਹੁੰਦੀ ਹੈ ਜੀ। ਔਰ ਉਸ ਤੋਂ ਬਾਅਦ ਜਿਹੜੀ ਇਹ ਫ੍ਰਿੰਜਲ ਆਰਚਸ ਜਿੱਥੇ ਇਨਫੈਕਸ਼ਨ ਬਾਅਦ 'ਚ ਆ ਕੇ ਹੁੰਦਾ, ਜਿਹਨੂੰ ਕਹਿੰਦੇ ਆਪਾਂ ਐਲਰਜਿਕ ਕਫ। ਠੀਕ ਹੈ। ਐਲਰਜਿਕ ਫ੍ਰਿੰਜਾਈਟਿਸ ਵੀ ਕਹਿੰਦੇ ਕਈ ਵਾਰ।
ਤੇ ਇਹ ਜਿਹੜਾ ਇਹ ਫ੍ਰਿੰਜਲ ਆਰਚਸ ਬਣਦੀਆਂ ਸੈਕੰਡ ਐਂਡੋਡਰਮ ਤੋਂ ਜੀ, ਔਰ ਜਿਹੜਾ ਨੋਜ਼ ਹੈ ਉਹ ਬਣਦਾ ਐਕਟੋਡਰਮ ਤੋਂ ਔਰ ਸਕਿਨ ਐਕਟੋਡਰਮ ਚ ਆਉਂਦੀ ਹੈ। ਤੇ moving from mesoderm to endoderm to ectoderm derivative organ, ਇੱਥੋਂ ਸਾਨੂੰ ਪਤਾ ਚੱਲਦਾ ਬਿਮਾਰੀ ਜਿਹੜੀ ਉਹ ਬਾਹਰ ਆ ਰਹੀ ਹੈ। ਲੋਕੀ ਕਹਿੰਦੇ ਨੇ, ਉਹ ਕਹਿੰਦੇ ਵੀ ਹੋਮਿਓਪੈਥੀ ਬਿਮਾਰੀ ਬਾਹਰ ਕੱਢਦੀ ਹੈ। ਦਿਸ ਇਜ਼ ਹਾਊ ਦ ਡਿਜ਼ੀਜ਼ ਇਜ਼ ਟੇਕਨ ਆਊਟ ਫਰਮ ਦ ਸਿਸਟਮ। ਡਾਕਟਰ ਸਾਹਿਬ, ਲੋਕਾਂ ਦੇ ਮਨ ਵਿੱਚ ਨਾ ਹੋਰ ਵੀ ਬੜੇ ਤਰ੍ਹਾਂ ਦੇ ਸਵਾਲ ਹੋਣਗੇ ਹੋਮੋਪੈਥੀ ਨੂੰ ਲੈ ਕੇ। ਖੈਰ ਮੇਰੇ ਮਨ ਦੇ ਵਿੱਚ ਵੀ ਕਟਪਟਾ ਸਵਾਲ ਇਹ ਆਇਆ ਕਿ ਕੁਝ ਲੋਕ ਕਹਿੰਦੇ ਆ ਕਿ ਅਸੀਂ ਪਿਓਰ ਵੈਜੀਟੇਰੀਅਨ ਆ, ਤੇ ਜਦੋਂ ਉਹ ਦਵਾਈਆਂ ਖਾਂਦੇ ਨੇ, ਦਵਾਈਆਂ ਦੇ ਵਿੱਚ ਬਹੁਤ ਕੁਝ ਪਾਇਆ ਹੁੰਦਾ, ਬੇਸ਼ੱਕ ਉਹ ਐਨੀਮਲ ਜਿਵੇਂ ਅਸੀਂ ਗੱਲ ਕਰ ਰਹੇ ਸੀ, ਐਨੀਮਲ ਕਿੰਗਡਮ ਹੋ ਗਈ, ਮਤਲਬ ਕੁਝ ਉਹ ਐਲੀਮੈਂਟਸ ਵੀ ਹੁੰਦੇ ਨੇ। ਸੋ ਵੈਜ ਨੌਨ ਵੈਜ ਵਾਲੇ ਫੈਕਟਰ ਨੂੰ ਸਾਨੂੰ ਆਪਣੇ ਤੋਂ ਪਰੇ ਰੱਖਣਾ ਚਾਹੀਦਾ ਹੈ। ਤੁਹਾਡਾ ਕੀ ਖਿਆਲ ਹੈ? ਜਦੋਂ ਮੈਡੀਸਿਨਸ ਦੀ ਗੱਲ ਆਉਂਦੀ ਹੈ ਮੈਮ, ਤੇ ਉਹਦੇ 'ਚ ਹੀਲਿੰਗ ਕਿਸ ਸਬਸਟੈਂਸ ਨਾਲ ਹੋ ਰਹੀ ਹੈ ਇਹ ਮੈਟਰ ਬਹੁਤ ਲਿਟਲ ਕਰਦਾ ਹੈ, ਕਿਉਂਕਿ ਠੀਕ ਹੋਣਾ ਪੇਸ਼ੈਂਟ ਦਾ ਸਭ ਤੋਂ ਪਹਿਲਾਂ ਇੰਪੋਰਟੈਂਟ ਹੈ ਜੀ। ਹੋਮਿਓਪੈਥੀ 'ਚ ਉਂਝ ਤਾਂ ਵੈਸੇ 7 ਸੋਰਸਿਸ ਨੇ ਦਵਾਈਆਂ ਦੇ। ਐਨੀਮਲ ਕਿੰਗਡਮ ਹੈ, ਪਲਾਂਟ ਕਿੰਗਡਮ ਹੈ, ਉਸ ਤੋਂ ਬਾਅਦ ਮਿਨਰਲ ਕਿੰਗਡਮ ਹੈ। ਮਿਨਰਲ ਕਿੰਗਡਮ ਜਿਤਨੇ ਪੀਰੀਓਡਿਕ ਟੇਬਲ ਜਿਹੜੀ ਕੈਮਿਸਟਰੀ 'ਚ ਅੱਜ ਤੱਕ ਤੱਤ ਡਿਸਕਵਰ ਹੋਏ ਨੇ, ਇਹ ਸਾਰੇ ਹੀ ਇਨਕਲੂਡ ਹੁੰਦੇ ਨੇ। ਉਸ ਤੋਂ ਬਾਅਦ ਨੋਸੋਡਸ हैं, डिजीज प्रोडक्ट्स ऑफ द एनिमल्स और ह्यूमन बींग्स तो मेडिसिन बनती है। एक होता है सारकोट्स ਜਿਹੜੀ ਹੈਲਦੀ ਹਿਊਮਨ ਸਿਕ੍ਰੀਸ਼ਨਸ हैं जिनमें इंसुलिन हैगा, इंसुलिन ਤੋਂ ਵੀ ਮੈਡੀਸਿਨ ਬਣਦੀ ਹੈ ਸਾਡੀ। ਐਪੀਨੈਫ੍ਰਿਨ, ਨੋਰਐਪੀਨੈਫ੍ਰਿਨ ਜਿਹੜੀ ਕਿਡਨੀਜ਼ ਦੇ ਉੱਪਰ ਸੁਪਰਾਨਿਨਲ ਗਲੈਂਡਸ ਹੁੰਦੀਆਂ ਉਹਦੇ ਹਾਰਮੋਨਸ ਤੋਂ ਬਣਦੀ ਹੈ ਜੀ। ਤੇ ਇਹ ਥਾਇਰੋਕਸਿਨਮ ਇੱਕ ਮੈਡੀਸਿਨ ਹੈ ਜਿਹੜੀ ਥਾਇਰਾਇਡ ਤੋਂ ਬਣਦੀ ਹੈ, ਥਾਇਰਾਇਡ ਗਲੈਂਡ ਤੋਂ ਬਣਦੀ ਹੈ ਸ਼ੀਪ ਦੇ। ਤੇ ਇਸ ਤਰ੍ਹਾਂ ਕਹਿਣ ਦਾ ਭਾਵ ਹੈ ਕਿ ਡਿਫਰੈਂਟ ਮੈਡੀਸਿਨ। ਅੱਛਾ, ਇੰਪੌਂਡਰੇਬਿਲੀ ਹੈ, ਇਮੈਟੀਰੀਅਲ ਸੋਰਸ ਆਫ ਐਨਰਜੀ, ਸੋਲ ਇੱਕ ਮੈਡੀਸਿਨ ਜਿਹੜੀ ਸਨ ਤੋਂ ਜਿਹੜਾ ਇੱਕ ਪਰਟੀਕੂਲਰ ਜਦੋਂ ਆਪਾਂ ਐਕਸਪੋਜ਼ ਕਰਦੇ ਹਾਂ ਐਲਕੋਹਲ ਨੂੰ, ਤੇ ਉਹਦੀਆਂ ਕਿਰਨਾਂ ਜਦੋਂ ਪੈਂਦੀਆਂ ਨੇ, ਇਹ ਇੱਦਾਂ ਹੀ ਮੂਨ ਹੈ, ਲਿਓਨਾ ਇੱਕ ਮੈਡੀਸਨ ਹੈਗੀ ਹੈ। ਤੇ ਇੱਦਾਂ ਇਮੈਟੀਰੀਅਲ ਮੈਗਨੇਟ ਤੋਂ ਵੀ ਮੈਡੀਸਨ ਸਾਡੇ ਕੋਲ ਬਣਦੀ ਹੈ, ਜਿਹਨੂੰ ਆਪਾਂ ਮੈਗਨੇਟਿਸ ਪੋਲਿਸ ਐਂਬਸ, ਮੈਗਨੇਟਿਸ ਪੋਲਿਸ ਆਸਟ੍ਰੇਲਿਸ, ਸਾਊਥ ਪੋਲ ਆਫ ਮੈਗਨੇਟ ਤੋਂ ਬਣਦੀ ਹੈ। ਇਸ ਤਰ੍ਹਾਂ ਮਤਲਬ ਸਾਡੇ ਕੋਲ ਬੜੀ ਵਾਈਡ ਰੇਂਜ ਆਫ ਦ ਸੋਰਸਿਸ ਨੇ ਮੈਡੀਸਿਨਸ ਦੇ। ਭਾਵ ਕਿ ਵੈਜ ਨੌਨ ਵੈਜ ਦਾ ਕੋਈ ਮਸਲਾ ਨਹੀਂ ਹੈ। ਮਸਲਾ ਇਹ ਹੈ ਕਿ ਵੀ ਨੇਚਰ ਦੇ ਹਰੇਕ ਤੱਤ ਤੋਂ ਜਿਹੜੇ ਆ ਉਹ ਦਵਾਈ ਬਣਾਈ ਜਾ ਸਕਦੀ ਹੈ ਤੇ ਬਣਦੀ ਹੈ। ਐਗਜ਼ੈਕਟਲੀ। ਇਸ ਤੋਂ ਬਾਅਦ ਡਾਕਟਰ ਸਾਹਿਬ, ਕੋਈ ਇਸ ਤਰ੍ਹਾਂ ਦਾ ਕੇਸ ਆਪਣੀ ਜ਼ਿੰਦਗੀ ਦਾ ਸਾਂਝਾ ਕਰੋ ਜੋ ਤੁਹਾਨੂੰ ਸਭ ਤੋਂ ਜ਼ਿਆਦਾ ਸੌਰਟ ਆਊਟ ਕਰਕੇ ਖੁਸ਼ੀ ਹੋਈ ਹੋਵੇ, ਤੁਹਾਨੂੰ ਲੱਗਿਆ ਹੋਵੇ ਕਿ ਵਾਕਈ ਅੱਜ ਮੇਰਾ ਡਾਕਟਰ ਹੋਣਾ ਸਫਲ ਹੋ ਗਿਆ। ਤੁਸੀਂ ਕੋਈ ਇਸ ਤਰ੍ਹਾਂ ਦਾ ਪੇਸ਼ੈਂਟ ਜਿਸ ਦੀ ਰਿਪੋਰਟਸ ਬਹੁਤ ਖਰਾਬ ਹੋਣ ਤੇ ਤੁਹਾਡੇ ਕੋਲ ਆਇਆ ਹੋਵੇ, ਹੋਮੋਪੈਥੀ ਨੇ ਉਹਨੂੰ ਹੀਲ ਕੀਤਾ ਹੋਵੇ। ਮੈਮ ਅੱਜ ਕੱਲ੍ਹ ਵੈਸੇ ਲੇਡੀਜ਼ 'ਚ ਬੜੀਆਂ ਪ੍ਰੋਬਲਮਸ ਚੱਲ ਰਹੀਆਂ ਨੇ, ਬੜੀਆਂ ਠੀਕ ਵੀ ਹੁੰਦੀਆਂ ਨੇ, ਕਿਉਂਕਿ ਸਾਡੇ ਕੋਲ ਸਟਾਫ ਦਾ ਘੱਟ ਹੁੰਦਾ, ਅਸੀਂ ਰਿਕਾਰਡ ਨਹੀਂ ਕਰ ਪਾਉਂਦੇ, ਨਾ ਹੀ ਸਾਨੂੰ ਕੋਈ ਐਸੀ ਬੈਕਅਪ ਹੈਗੀ ਹੈ ਕਿ ਅਸੀਂ ਰਿਕਾਰਡ ਪੂਰਾ ਮੇਨਟੇਨ ਕਰ ਪਾਈਏ। ਨਹੀਂ ਤਾਂ ਸਾਡੇ ਕੋਲ ਇਹੋ ਜਿਹੇ ਬੜੇ ਹੀ ਕੇਸਿਸ ਆਉਂਦੇ ਨੇ ਜਿਹੜੇ ਸਾਨੂੰ ਬੜੀ ਸੈਟਿਸਫੈਕਟਰੀ ਰਿਜ਼ਲਟ ਦਿੰਦੇ ਨੇ, ਔਰ ਸਾਨੂੰ ਇਹ ਮਹਿਸੂਸ ਹੁੰਦਾ ਕਿ ਵੀ ਹੈਵ ਚੋਜ਼ਨ ਦ ਹੋਮਿਓਪੈਥੀ ਫॉर ਦ ਰਾਈਟ ਕਾਜ਼ ਜੀ। ਤੇ ਇਹੋ ਜਿਹੇ ਕੇਸ ਮੇਰੇ ਕੋਲ ਐਟ ਪ੍ਰੈਜ਼ੈਂਟ ਇੱਕ ਥਾਇਰਾਇਡ ਦਾ ਚੱਲ ਰਿਹਾ ਸੀ। ਲੇਡੀ ਦਾ ਜਿਹੜਾ TSH ਸੀ ਇਟ ਵਾਜ਼ 150 ਜੀ। ਮੇਰੇ ਕੋਲ ਰਿਪੋਰਟਾਂ ਵੀ ਸਾਰੀਆਂ ਹੈਗੀਆਂ ਨੇ। ਔਰ ਹੁਣ ਮੇਰੇ ਖਿਆਲ ਜਦੋਂ ਉਹਨੇ ਲਾਸਟ ਰਿਪੋਰਟ ਮੈਨੂੰ ਕੀਤਾ ਤੇ ਉਹਦੀ ਰਿਪੋਰਟ 'ਚ ਮੇਰੇ ਖਿਆਲ ਉਹ 12 ਕੀ 13 ਹੈਗਾ ਐਟ ਪ੍ਰੈਜ਼ੈਂਟ TSH। ਔਰ ਮੇਰੇ ਖਿਆਲ ਹੁਣ ਜਦੋਂ ਰਿਪੋਰਟ ਨੈਕਸਟ 2 ਮੰਥ 'ਚ ਆਏਗੀ, ਮੇਰੇ ਖਿਆਲ ਉਹਦਾ ਨੋਰਮਲ ਆ ਜਾਣਾ ਚਾਹੀਦਾ ਜੀ। ਤੇ ਦੇਖੋ ਕਿਤੇ ਤਾਂ ਉਹ ਪੂਰੀ ਉਮਰ ਥਾਇਰੋਕਸਿਨ ਇੱਕ ਲੇਡੀ ਖਾਂਦੀ ਹੈ ਔਰ ਉਹ ਪੂਰਾ ਉਹਦਾ ਚੱਲਦਾ ਹੈ ਸਿਸਟਮ ਸਾਰਾ। ਔਰ ਕਿਧਰੇ ਦੇਖੋ ਉਹ ਮੇਰੇ ਖਿਆਲ 2020 ਅਗਸਤ ਉਹਨੇ ਟ੍ਰੀਟਮੈਂਟ ਸ਼ੁਰੂ ਕੀਤਾ, ਵਿੱਚ ਉਹਨੇ ਟ੍ਰੀਟਮੈਂਟ ਸਟਾਪ ਵੀ ਕਰਤਾ ਸੀਗਾ। ਦੈਨ ਅਗੇਨ ਸ਼ੀ ਸਟਾਰਟਡ ਟੇਕਿੰਗ ਦ ਟ੍ਰੀਟਮੈਂਟ। ਔਰ ਹੁਣ ਜਿਹੜਾ ਉਹਦਾ ਥਾਇਰਾਇਡ ਮੇਰੇ ਖਿਆਲ ਜਿਹੜਾ ਹਾਈਪੋਥਾਇਰਾਇਡਿਜ਼ਮ ਉਹ ਠੀਕ ਹੋਣ ਵਾਲਾ ਹੈ ਜੀ। ਤੋ ਇੱਥੋਂ ਸਾਨੂੰ ਬੜੀ ਸੈਟਿਸਫੈਕਸ਼ਨ ਮਿਲਦੀ ਹੈ ਕਿ ਹੋਮਿਓਪੈਥੀ ਜਿਹੜੀ ਉਹ ਹੀਲ ਕਰਦੀ ਹੈ, ਤੁਹਾਡੀ ਨੈਚੁਰਲ ਟੈਂਡੈਂਸੀਜ਼ ਨੂੰ ਸਟਿਮੂਲੇਟ ਕਰਦੀ ਹੈ। ਔਰ ਕਿਉਂਕਿ ਬਾਡੀ ਦੇ ਅੰਦਰ ਹੀ ਤੁਹਾਡਾ ਹੀਲਿੰਗ ਡਾਕਟਰ ਬੈਠਾ ਹੋਇਆ ਔਰ ਉਹਨੂੰ ਸਟਿਮੂਲੇਟ ਕਰਨਾ, ਔਰ ਅਕੋਰਡਿੰਗ ਟੂ ਯੂਰ ਜੈਨੇਟਿਕਲ ਕੰਸਟੀਟਿਊਸ਼ਨ ਮੈਡੀਸਨ ਜਿਹੜੀ ਹੈ ਉਹ ਇੱਦਾਂ ਰੋਗਾਂ ਤੋਂ ਜੜੋਂ ਠੀਕ ਕਰਦੀ ਹੈ ਜੀ। ਜੀ ਡਾਕਟਰ ਸਾਹਿਬ, ਹੋਮੋਪੈਥੀ ਬਾਰੇ ਇਹ ਵੀ ਕਿਹਾ ਜਾਂਦਾ ਹੈ ਕਿ ਇਹ ਸਰਜਰੀ ਤੇ ਐਮਰਜੈਂਸੀ ਦੇ ਕੇਸ ਦੇ ਵਿੱਚ ਲਾਹੇਵੰਦ ਨਹੀਂ ਹੁੰਦੀ, ਹੈਲਪਫੁਲ ਨਹੀਂ ਹੁੰਦੀ। ਤਾਂ ਕੀ ਇਹ ਮੰਨ ਲੈਣਾ ਠੀਕ ਹੋਏਗਾ ਕਿ ਹੋਮੋਪੈਥੀ ਬਿਲਕੁਲ ਇਨੀਸ਼ੀਅਲ ਸਟੇਜ ਤੇ ਹੀ ਬਿਹਤਰ ਕੰਮ ਕਰਦੀ ਹੈ? ਦੇਖੋ ਮੈਮ, ਇਹ ਸਾਰਾ ਜਿਹੜਾ ਫਲਸਫਾ ਹੈ, ਇਹਦੇ 'ਚ ਇਹ ਦੇਖਣਾ ਪੈਂਦਾ ਵੀ ਕਿਹੜੀ ਡਿਜ਼ੀਜ਼ ਕਿਸ ਸਟੇਜ ਤੇ ਹੈ ਜੀ। क्या इत्थे सानू कंट्रोल करना या सुप्रैस करना बेहतर है, या फिर ये कितनी हद तक ठीक हो सकती है? ये केस टू केस वेरी करता है। इन्हें पहले किन्नी होम्योपैथिक या एलोपैथिक या होर कोई मेडिसिन खादियां ने, या आयुर्वैदिक या होर सिस्टम दी मेडिसिन कई लोग खा के आउंदे ने। ते अल्टीमेटली जदों
ਸਰਜਰੀ ਔਰ ਐਮਰਜੈਂਸੀ ਦੀ ਗੱਲ ਆਉਂਦੀ ਹੈ ਤਾਂ ਹੋਮਿਓਪੈਥੀ ਇਹਨੂੰ ਪਾਰਸ਼ੀਅਲੀ ਐਮਬਰੇਸ ਕਰਦੀ ਹੈ। ਸਰਜਰੀ ਜਿਹੜੀ ਹੈ ਅਲਾਉਡ ਹੋਮਿਓਪੈਥੀ 'ਚ ਨਹੀਂ ਹੈ ਜੀ। ਤੇ ਵੈਸੇ ਸਰਜਰੀ ਅਸੀਂ ਸਬਜੈਕਟ ਪੜ੍ਹਿਆ ਜ਼ਰੂਰ ਹੈ ਆਪਣੇ ਕੋਰਸ 'ਚ ਜੀ। ਔਰ ਸਰਜਰੀ ਦੇ ਬਾਰੇ ਸਾਨੂੰ ਪੂਰੀ ਨੌਲੇਜ ਜਿੰਨੀ ਇੱਕ ਗ੍ਰੈਜੂਏਟ ਲੈਵਲ ਤੇ ਦਿੱਤੀ ਜਾਂਦੀ MBBS ਡਾਕਟਰ ਨੂੰ ਉਨੀ ਸਾਨੂੰ ਨੌਲੇਜ MBBS ਦੇ ਬਰਾਬਰ ਹੀ ਦਿੱਤੀ ਜਾਂਦੀ ਹੈ ਸਾਰੇ ਐਲਾਈਡ ਸਬਜੈਕਟਸ। ਚਲ ਸਰਜਰੀ ਦੀ ਕੀ ਗੱਲ ਹੈ, ਔਬਸ ਗਾਇਨੀ ਸਰਜਰੀ ਪੈਥੋਲੋਜੀ ਹੋਰ ਜਿੰਨੇ ਵੀ ਐਲਾਈਡ ਸਬਜੈਕਟ ਨੇ ਪ੍ਰੈਕਟਿਸ ਆਫ ਮੈਡੀਸਿਨ ਸਾਰੇ ਅਸੀਂ ਉਸ ਤਰ੍ਹਾਂ ਹੀ ਪੜ੍ਹਦੇ ਜਿੱਦਾਂ MBBS ਡਾਕਟਰ ਪੜ੍ਹਦੇ ਨੇ ਜੀ। ਤੇ ਸਰਜੀਕਲ ਡਿਜ਼ੀਜ਼ ਜਿੱਥੇ ਤੱਕ ਆਪਾਂ ਗੱਲ ਕਰੀਏ ਤਾਂ ਕੁਝ ਸਰਜੀਕਲ ਡਿਜ਼ੀਜ਼ ਇਹੋ ਜਿਹੇ ਜਿੱਥੇ ਸਰਜਰੀ ਦੀ ਲੋੜ ਹੀ ਨਹੀਂ ਪੈਂਦੀ ਹੈ। ਜਿਵੇਂ ਕਿ ਮੈਂ ਗੱਲ ਕਰਾਂ ਲੇਡੀਜ਼ ਦੀ ਬਿਮਾਰੀ ਇੱਕ ਬੜੀ ਕਾਮਨ ਫਾਈਬਰੋਇਡ ਯੂਟਰਸ। ਅੱਛਾ, ਕਿਡਨੀ ਸਟੋਨਸ ਜਿੰਨੇ ਬੈਟਰ ਟ੍ਰੀਟ ਹੋਮਿਓਪੈਥੀ 'ਚ ਹੁੰਦੇ ਵਿਦਾਊਟ ਐਨੀ ਆਪਰੇਸ਼ਨ। ਜੀ। ਔਰ ਕਈ ਵਾਰ ਇਹ ਹੁੰਦਾ ਵੀ ਟੈਂਡੈਂਸੀ ਹੁੰਦੀ ਹੈ ਉਹ ਕਿਸੇ ਬੰਦੇ ਦੀ, ਜਿਵੇਂ ਕੋਈ ਪੇਸ਼ੈਂਟ ਆਉਂਦਾ ਉਹਨੂੰ ਬਾਰ-ਬਾਰ ਸਟੋਨ ਬਣੀ ਜਾਂਦੇ ਆ, ਤੁਸੀਂ ਪਹਿਲਾਂ ਦਵਾਈ ਲਓ ਉਹਦੇ ਨਾਲ ਨਿਕਲ ਜਾਂਦੇ ਆ ਫਿਰ ਉਹ ਟੈਂਡੈਂਸੀ ਵੀ ਠੀਕ ਹੋ ਜਾਂਦੀ ਹੈ। ਜੀ। ਹੈ ਇਹ ਸਰਜੀਕਲ ਡਿਜ਼ੀਜ਼ ਹੈ। ਇੱਕ ਮੇਰੇ ਕੋਲ ਪੇਸ਼ੈਂਟ ਆਇਆ ਮੈਮ, ਉਹ ਗੈਂਗਲੀਅਨ ਇੱਥੇ ਡਿਵੈਲਪ ਹੋ ਜਾਂਦਾ ਜੀ। ਉਹ ਇੱਕ ਟਿਊਮਰ ਜਿਹਾ ਡਿਵੈਲਪ ਹੁੰਦਾ ਔਰ ਉਹ ਇੰਨਾ ਹਾਰਡ ਹੋ ਜਾਂਦਾ ਕਈ ਵਾਰੀ ਉਹ ਨਰਵਸ ਨੂੰ ਕੰਪਰੈਸ ਕਈ ਵਾਰ ਨੰਬਨੈਸ ਹੈਂਡ 'ਚ ਹੱਥ 'ਚ ਆ ਜਾਂਦੀ ਹੈ ਤੇ ਉਹ ਗੈਂਗਲੀਅਨ ਇਜ਼ ਅ ਸਰਜੀਕਲ ਡਿਜ਼ੀਜ਼। ਤੇ ਗਿਆਨ ਸਾਗਰ 'ਚੋਂ ਪੇਸ਼ੈਂਟ ਸੀਗਾ ਤੇ ਉਹਨਾਂ ਕਿਹਾ ਕਹਿੰਦੇ ਡਾਕਟਰ ਸਾਹਿਬ ਮੈਨੂੰ ਸਰਜਰੀ ਦੱਸੀਏ ਤੁਹਾਡੇ ਕੋਲ ਕੋਈ ਟ੍ਰੀਟਮੈਂਟ ਹੈ। ਆਈ ਗੇਵ ਹਿਮ ਦ ਮੈਡੀਸਨ ਐਂਡ ਵਿਦਿਨ ਅ ਵੀਕ ਦੈਟ ਗੈਂਗਲੀਅਨ ਹੈਜ਼ ਡਿਸਅਪੀਅਰਡ। ਜੀ। तो कहने का मतलब यह है कि जिथे सर्जरी असेंशियल है उत्थे सर्जरी भी करनी चाहिए है, क्योंकि डॉक्टर हैनेमन ने क्लासीफिकेशन ऑफ डिजीज सानू दस्सिया भी कित्थे दवाई देनी है, कित्थे सर्जरी लोड़ है, कित्थे सर्जरी लोड़ नहीं है। तो जिथे सर्जरी लोड़ है उत्थे सर्जरी भी ही करनी चाहिए है, क्योंकि एलोपैथी सिस्टम की मैं बड़ी एडवांटेज मनदा कि जिथे एमरजेंसी और सर्जरी हैंडल करनी हो या डिजीज़ का कंट्रोल करना हो फॉर द टाइम बीइंग ਉੱਥੇ ਐਲੋਪੈਥੀ ਦਾ ਇਸਤੇਮਾਲ ਕਰਨਾ ਚਾਹੀਦਾ। ਜੀ। ਬਿਲਕੁਲ ਉਸੇ ਤਰ੍ਹਾਂ ਹੀ ਮੈਮ ਜਿਵੇਂ ਅਸੀਂ ਗੱਡੀ ਲੈਂਦੇ ਹਾਂ, ਗੱਡੀ ਸਟਾਰਟ ਕਰਦੇ ਹਾਂ ਤਾਂ ਪਹਿਲੇ ਗੇਅਰ ਤੇ ਨਹੀਂ ਰਹਿੰਦੀ ਉਹ। ਜਿੱਦਾਂ ਦੀ ਸਾਨੂੰ ਟੈਰਨ ਚਲਾਉਣ ਨੂੰ ਮਿਲਦੀ ਹੈ ਉਸ ਹਿਸਾਬ ਨਾਲ ਅਸੀਂ ਗੇਅਰ ਚੇਂਜ ਕਰਦੇ ਹਾਂ। ਜੀ। ਇਸੇ ਐਨਾਲੋਜੀ 'ਚ ਆਪਾਂ ਦੇਖੀਏ ਤਾਂ ਜਦੋਂ ਬਿਮਾਰੀ ਜਿਹੋ ਜਿਹੀ ਹੋਵੇ ਉਹੋ ਜਿਹਾ ਟ੍ਰੀਟਮੈਂਟ ਲੈਣਾ ਚਾਹੀਦਾ ਸਾਨੂੰ। ਜਿੱਥੇ ਤੱਕ ਲੌਂਗ ਟਰਮ ਰਿਹੈਬਿਲਿਟੇਸ਼ਨ ਆਫ ਦਾ ਪੇਸ਼ੈਂਟ ਆਉਂਦੀ ਹੈ ਜਾਂ ਲੌਂਗ ਟਰਮ ਟ੍ਰੀਟਮੈਂਟ ਆਫ ਦਾ ਡਿਜ਼ੀਜ਼ ਆਉਂਦੀ ਹੈ ਉੱਥੇ ਹੋਮਿਓਪੈਥੀ ਹੀ ਹੋਮਿਓਪੈਥੀ ਕਾਰਗਰ। ਜੇ ਤੁਸੀਂ ਹੋਰ ਚੀਜ਼ਾਂ ਕਰੋਗੇ ਤਾਂ ਕੰਟਰੋਲ ਕਰੇਗੀ ਉਹਦੇ ਸਾਈਡ ਇਫੈਕਟਸ ਹੋਣਗੇ। ਬਟ ਐਟ ਦੀ ਸੇਮ ਟਾਈਮ ਜੇ ਸਰਜਰੀ ਔਰ ਐਮਰਜੈਂਸੀ ਦੀ ਆਪਾਂ ਗੱਲ ਕਰੀਏ ਤਾਂ ਇਟ ਇਜ਼ ਅ ਫੋਰਟੀ ਆਫ ਐਲੋਪੈਥੀ। ਜੀ। ਉੱਥੇ ਐਲੋਪੈਥੀ ਦਾ ਵੀ ਸਹਾਰਾ ਲੈਣਾ ਪੈਂਦਾ ਹੈ। ਜੀ। ਡਾਕਟਰ ਸਾਹਿਬ ਜਿਸ ਤਰ੍ਹਾਂ ਅੱਜ ਦੇ ਜ਼ਮਾਨੇ 'ਚ ਦੇਖੀਏ ਸਭ ਤੋਂ ਜ਼ਿਆਦਾ ਜੋ ਡਿਜ਼ੀਜ਼ਸ ਜਿਹੜੀਆਂ ਹੈਗੀਆਂ ਨੇ ਉਹ ਡਾਇਬਟੀਜ਼ ਹੈ, ਕਾਰਡਿਕ ਡਿਜ਼ੀਜ਼ਸ ਨੇ ਹੈਗੀਆਂ ਨੇ, ਇਸ ਤੋਂ ਇਲਾਵਾ ਸਟ੍ਰੋਕ ਹੈ, ਹਾਈਪਰਟੈਂਸ਼ਨ ਹੈ। ਪਰ ਇਹਨਾਂ ਨੂੰ ਅਸੀਂ ਜਿੱਥੇ ਗੱਲ ਕੀਤੀ ਕਿ ਹੋਮੋਪੈਥੀ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਔਰ ਬਿਲਕੁਲ ਖਤਮ ਵੀ ਹੋ ਸਕਦੀਆਂ ਨੇ, ਦਵਾਈਆਂ ਤੋਂ ਛੁਟਕਾਰਾ ਵੀ ਮਿਲ ਸਕਦਾ ਹੈ ਐਜ਼ ਕੰਪੇਅਰਡ ਟੂ ਦ ਐਲੋਪੈਥੀ, ਉੱਥੇ ਹੀ ਕੈਂਸਰ ਇੱਕ ਇਸ ਤਰ੍ਹਾਂ ਦੀ ਡਿਜ਼ੀਜ਼ ਹੈ ਜਿਸ ਨੂੰ ਲੈ ਕੇ ਲੋਕ ਕਾਫੀ ਖੌਫਜ਼ਦਾ ਨੇ। ਬ੍ਰੈਸਟ ਕੈਂਸਰ ਹੋ ਗਿਆ ਜਾਂ ਨਾਰਮਲ ਕੈਂਸਰ ਵੀ ਹੈ ਕਿ ਜੇ ਇਨੀਸ਼ੀਅਲ ਸਟੇਜ ਤੇ ਕੈਂਸਰ ਦੀ ਪਕੜ ਹੁੰਦੀ ਹੈ ਹੋਮੋਪੈਥੀ ਇਸ ਦਾ ਇਲਾਜ ਕਰਦੀ ਹੈ। ਬਿਲਕੁਲ ਮੈਮ, ਸਾਡੇ ਕੋਲ ਕਈ ਐਸੇ ਕੇਸ ਰਿਪੋਰਟ ਪਹਿਲਾਂ ਮੈਂ ਅਜੇ ਤੱਕ ਇਹੋ ਜਿਹਾ ਕੋਈ ਕੇਸ ਮੈਂ ਆਪਣੇ ਹੱਥੀਂ ਨਹੀਂ ਟ੍ਰੀਟ ਕੀਤਾ। ਦੋ ਆਈ ਸਪਲੀਮੈਂਟਡ ਮਾਈ ਟ੍ਰੀਟਮੈਂਟ ਜਿੱਥੇ ਐਲੋਪੈਥੀ ਦੇ ਸਾਈਡ ਇਫੈਕਟ ਕੈਂਸਰ ਦੇ ਦੌਰਾਨ ਬੜੇ ਜ਼ਿਆਦਾ ਹੋ ਜਾਂਦੇ ਨੇ, ਉੱਥੇ ਇਹੋ ਜਿਹੇ ਮਰੀਜ਼ ਸਾਡੇ ਕੋਲ ਬਹੁਤ ਜ਼ਿਆਦਾ ਆਉਂਦੇ ਨੇ ਜਿਹਦੇ ਕਿ ਮੰਨ ਲਓ ਭੁੱਖ ਨਹੀਂ ਲੱਗ ਰਹੀ ਹੈ ਜੀ, ਕੈਂਸਰ ਕੈਚੈਕਸੀਆ ਇੱਕ ਇਹੋ ਜਿਹੀ ਬਿਮਾਰੀ ਜਿਹਦੇ ਸੀਰਸ ਬਿਲਕੁਲ ਸਿकुड़ ਜਾਂਦਾ ਹੈ। ਅੱਛਾ, ਹੋਰ ਕਈ ਸਾਈਡ ਇਫੈਕਟਸ ਨੇ, ਲੂਜ਼ ਮੋਸ਼ਨ ਲੱਗ ਗਏ ਜੀ ਜਾਂ ਹੋਰ ਕੋਈ ਐਸੀਆਂ ਚੀਜ਼ਾਂ ਜਿਹੜੀ ਸਾਈਡ ਇਫੈਕਟ ਆਫ ਦ ਮੈਡੀਸਿਨਸ ਜਿਹੜੇ ਐਂਟੀ ਕੈਂਸਰਸ ਡਰੱਗਸ ਨੇ ਉਹਦੇ ਕੀਮੋਥੈਰੇਪੀ ਦੇ, ਇਹ ਸਾਰੇ ਹੋਮਿਓਪੈਥੀ 'ਚ ਬਹੁਤ ਹੀ ਅੱਛੀ ਤਰ੍ਹਾਂ ਟ੍ਰੀਟ ਕੀਤੇ ਜਾਂਦੇ। ਔਰ ਇਹੋ ਜਿਹੇ ਕੈਂਸਰ ਦੇ ਕੇਸਿਸ ਰਿਪੋਰਟਡ ਵੀ ਨੇ ਹੋਮਿਓਪੈਥੀ 'ਚ ਜਿੱਥੇ ਅਸੀਂ ਇਹ ਸਾਰਾ ਚੀਜ਼ ਟ੍ਰੀਟ ਕਰਦੇ ਹਾਂ ਔਰ ਇਨੀਸ਼ੀਅਲ ਸਟੇਜ ਜੇ ਪਤਾ ਚੱਲ ਜਾਏ ਤਾਂ ਉਹ ਚੀਜ਼ ਜਿਹੜੀ ਹੈ ਕੈਂਸਰ ਵਰਗੀ ਚੀਜ਼ ਵੀ ਰਿਵਰਸ ਹੋ ਜਾਂਦੀ ਹੈ। ਡਾਕਟਰ ਸਾਹਿਬ ਜਿੱਥੇ ਅਸੀਂ ਵਾਰ-ਵਾਰ ਮਿਥਸ ਦੀ ਗੱਲ ਕੀਤੀ ਹੈ, ਮੇਰੇ ਮਾਈਂਡ ਦੇ ਵਿੱਚ ਹੋਰ ਵੀ ਮਿਥ ਨੇ, ਜਿਸ ਤਰ੍ਹਾਂ ਮੈਂ ਵੀ ਸੋਚਦੀ ਹਾਂ, ਲੋਕ ਵੀ ਸੋਚਦੇ ਨੇ ਕਿ ਹੋਮੋਪੈਥੀ ਦੀ ਜਿਹੜੀ ਮੈਡੀਸਨ ਹੈ ਤੁਸੀਂ ਅਲੋਂਗ ਵਿਦ ਐਲੋਪੈਥੀ ਨਹੀਂ ਲੈ ਸਕਦੇ ਜਾਂ ਡਾਇਬਟੀਜ਼ ਦੇ ਵਿੱਚ ਨਹੀਂ ਲਈ ਜਾ ਸਕਦੀ ਜਾਂ ਇਹ ਦਵਾਈ ਨੂੰ ਦੁੱਧ ਨਾਲ ਨਹੀਂ ਲਿਆ ਜਾ ਸਕਦਾ ਜਾਂ ਦੁੱਧ ਨਾਲ ਹੀ ਲਿਆ ਜਾ ਸਕਦਾ ਹੈ। ਸੋ ਇੱਕ ਰਾਈਟ ਵੇ ਕੀ ਹੈ ਜਾਂ ਇਸ ਦੇ ਰਿਗਾਰਡਿੰਗ ਜਿਹੜੇ ਮਿਥ ਨੇ ਉਹ ਕਿਉਂ ਇੰਨੇ ਸਾਰੇ ਮਿਥ ਜਿਹੜੇ ਨੇ ਉਹ ਲੋਕਾਂ ਦੇ ਮਾਈਂਡ ਦੇ ਵਿੱਚ ਇੰਜੈਕਟ ਕੀਤੇ ਜਾ ਚੁੱਕੇ ਨੇ? ਮੈਮ ਚੂँकि ਪਹਿਲਾਂ ਹੋਮਿਓਪੈਥੀ ਸਿਸਟਮ ਜਿਹੜਾ ਐਡਾ ਡਿਵੈਲਪ ਨਹੀਂ ਸੀ ਔਰ ਇੰਡੀਆ ਜਦੋਂ ਨਵਾਂ ਆਇਆ ਤੇ ਕੁਝ ਜਿਹੜੇ ਸ਼ੌਕੀਆ ਹੋਮਿਓਪੈਥ ਡਿਵੈਲਪ ਹੋਏ ਜੀ, ਜਿਹੜੇ ਪ੍ਰੈਕਟਿਸ ਹੋਮਿਓਪੈਥੀ ਸ਼ੌਕੀਆ ਕਰਦੇ ਸੀ ਕਿਤਾਬਾਂ ਤੋਂ ਪੜ੍ਹ ਕੇ ਐਂਡ ਔਰ ਉਹਨਾਂ ਲੋਕਾਂ ਨੇ ਇਹ ਚੀਜ਼ ਡਿਵੈਲਪ ਕੀਤੀ ਔਰ ਇੱਕ ਇਮੇਜ ਹੋਮਿਓਪੈਥੀ 'ਚ ਮਾਸਸ ਦੀ ਸ਼ੁਰੂਆਤ ਹੀ ਇਹੋ ਜਿਹੀ ਬਣ ਗਈ ਕਿ ਜਿਹੜੀ ਤੁਸੀਂ ਇਹ ਮਿਥ ਕਹਿ ਰਹੇ ਹੋ ਵੀ
ਨਹੀਂ ਹੋਮਿਓਪੈਥੀ ਦਵਾਈਆਂ ਐਲੋਪੈਥੀ ਨਾਲ ਨਹੀਂ ਲੈ ਸਕਦੇ, ਜਾਂ ਇਹਨੂੰ ਦੁੱਧ ਨਾਲ ਲਓ, ਜਾਂ ਇੱਦਾਂ ਕਰੋ ਜਾਂ ਉੱਦਾਂ ਕਰੋ। ਇਹ ਸਿੰਪਲ ਜਿਹਾ ਇੱਕ ਫੰਡਾਮੈਂਟਲ ਹੈ, ਤੁਸੀਂ ਮੈਡੀਸਨ ਕਿਹੜੀ ਦੇ ਰਹੇ ਹੋ, ਕਿਹੜੀ ਡਿਜ਼ੀਜ਼ ਦੇ ਦੇ ਰਹੇ ਹੋ, ਔਰ ਉਹਦੇ ਨਾਲ ਪਰਹੇਜ਼ ਫਿਰ ਉਹਦੇ ਅਕੋਰਡਿੰਗ ਦੱਸੇ ਜਾਂਦੇ ਨੇ ਜੀ। ਹਰ ਦਵਾਈ ਨਾਲ ਤੁਹਾਡਾ ਪਿਆਜ਼ ਬੰਦ ਨਹੀਂ ਹੁੰਦਾ ਜੀ। ਔਰ ਐਟ ਦੀ ਸੇਮ ਟਾਈਮ ਜਦੋਂ ਤੁਸੀਂ ਐਂਟੀ ਹਾਈਪਰਟੈਂਸਿਵ ਕੋਈ ਹੈਬਿਟ ਫਾਰਮਿੰਗ ਡਰਗ ਕੰਟੀਨਿਊ ਕਰ ਰਹੇ ਹੋ ਜੀ, ਉਹਨੂੰ ਇੱਕਦਮ ਵਿਡਰੋ ਨਹੀਂ ਕੀਤਾ ਜਾ ਸਕਦਾ। ਯੂ ਕੈਨ ਸਬਸਟੀਟਿਊਟ ਔਰ ਮੈਡੀਸਨ। ਔਰ ਜਿੱਦਾਂ ਹੀ ਮੇਰੇ ਕੋਲ ਕਈ ਇਹੋ ਜਿਹੇ ਪੇਸ਼ੈਂਟ ਆਉਂਦੇ ਨੇ ਜਿਹੜੀ ਡਰਗ ਰੈਜ਼ਿਸਟੈਂਟ ਹਾਈਪਰਟੈਂਸ਼ਨ ਵਾਲੇ ਹੈਗੇ ਆ, ਡਰਗ ਰੈਜ਼ਿਸਟੈਂਟ ਡਾਇਬਟੀਜ਼ ਵਾਲੇ ਹੈਗੇ ਆ, ਉਹਨਾਂ ਦੀ ਜਿਹੜੀ ਡੋਜ਼ ਹੈ ਉਹ ਆਪਾਂ ਉਦੋਂ ਘੱਟ ਕਰਨਾ ਸ਼ੁਰੂ ਕਰਦੇ ਜਦੋਂ ਉਹ ਬੈਟਰ ਮਹਿਸੂਸ ਕਰਨਾ ਸ਼ੁਰੂ ਕਰਨ ਦੇ ਜੀ, ਮੈਂਟਲੀ ਐਂਡ ਫਿਜ਼ੀਕਲੀ। ਜਦੋਂ ਆਪਾਂ ਉਹਨਾਂ ਦੀ ਡੋਜ਼ ਰਿਡਿਊਸ ਕਰਦੇ ਹਾਂ, ਹੌਲੀ ਹੌਲੀ ਉਸ ਅਸੀਂ ਡੋਜ਼ ਐਡਜਸਟ ਕਰਕੇ ਉਹਦੀ, ਔਰ ਜਿਹੜੀ ਹੈਬਿਟ ਫਾਰਮਿੰਗ ਡਰਗ ਹੈ ਉਹਦੀ ਹੈਬਿਟ ਇੱਦਾਂ ਛੁਡਾਈ ਜਾ ਸਕਦੀ ਹੈ। ਜਿਵੇਂ ਐਂਟੀ ਹਾਈਪਰਟੈਂਸ਼ਨ ਤੁਸੀਂ ਇੱਕਦਮ ਤੁਸੀਂ ਬੰਦ ਕਰੋਗੇ ਉਹਦੇ ਵਿਡਰੋਲ ਸਿੰਪਟਮ ਆ ਜਾਣਗੇ ਜੀ। ਔਰ ਹਾਈਪਰਟੈਂਸ਼ਨ ਕਈ ਵਾਰ ਸਟ੍ਰੋਕ ਵੀ ਹੋ ਜਾਂਦਾ ਹੈ ਜੀ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਹੈ ਇਹਨੂੰ ਮੈਨੇਜ ਕਰਨ ਦਾ ਸਿੰਪਲ ਇੱਕ ਫੰਡਾਮੈਂਟਲ ਹੈ ਕਿ ਟੇਪਰ ਆਫ ਆਪਾਂ ਕਰਦੇ ਹਾਂ ਹੋਮਿਓਪੈਥੀ ਐਲੋਪੈਥੀ ਮੈਡੀਸਨ ਨੂੰ, ਔਰ ਸਬਸਟੀਟਿਊਟ ਆਪਾਂ ਕਰਦੇ ਹਾਂ ਹੋਮਿਓਪੈਥੀ ਨਾਲ। ਔਰ ਇਸ ਲੌਂਗ ਟਰਮ ਟਰੀਟਮੈਂਟ ਨਾਲ ਦੀ ਨਾਲ ਪਰਹੇਜ਼ ਔਰ ਇਲਾਜ ਇਕੱਠਾ ਚੱਲਦਾ। ਅੱਜ ਕੱਲ੍ਹ ਦਾ ਲਾਈਫ ਸਟਾਈਲ ਇਹੋ ਜਿਹਾ ਹੋ ਗਿਆ ਜਿਹਦੇ 'ਚ ਬੜਾ ਸਟ੍ਰੈਸ ਹੈ ਔਰ ਸਿਡੈਂਟਰੀ ਲਾਈਫ ਹੈਬਿਟਸ ਨੇ ਜੀ। ਔਰ ਖਾਣ ਪਾਨ ਵੀ ਇਹੋ ਜਿਹਾ ਹੋ ਗਿਆ ਕਿ ਸਾਡੇ ਕੋਲ ਵੈਸਟਰਨ ਔਰ ਕੰਟੀਨੈਂਟਲ ਫੂਡ ਜਿਹੜਾ ਕਾਫੀ ਆਪਸ਼ਨਸ ਹਨ ਸਾਡੇ ਕੋਲ। ਜਦੋਂ ਆਪਾਂ ਇਹ ਚੀਜ਼ਾਂ ਖਾਂਦੇ ਹਾਂ ਜੀ ਤੇ ਉਹਦੇ ਨਾਲ ਨਾ ਕੇਵਲ ਸਾਡਾ ਸਟ੍ਰੈਸ ਦਾ ਅਮਾਊਂਟ ਵੀ ਵੱਧਦਾ ਹੈ, ਤੇ ਐਟ ਦੀ ਸੇਮ ਟਾਈਮ ਸਾਡਾ ਡਾਈਜੈਸਟਿਵ ਸਿਸਟਮ ਜਿਹੜਾ ਪ੍ਰੀਸੇਜ ਨਹੀਂ ਹੈ, ਕਿਉਂਕਿ ਆਪਾਂ ਇੰਡੀਅਨ ਸਬ ਕੰਟੀਨੈਂਟ 'ਚ ਲੈਂਦੇ ਹਾਂ, ਤੇ ਸਾਡਾ ਜਿਹੜਾ ਡਾਈਜੈਸਟਿਵ ਸਿਸਟਮ ਹੈ ਉਹ ਸਾਡੇ ਆਪਣੇ ਜਿਹੜਾ ਅਸੀਂ ਸਾਡਾ ਇੱਥੇ ਦਾ ਏਰੀਆ ਦਾ ਖਾਣ ਪਾਨ ਹੈ ਉਹਦੇ ਹਿਸਾਬ ਨਾਲ ਐਡਜਸਟਡ ਹੈ। ਅਤੇ ਜਦੋਂ ਅਸੀਂ ਬਾਹਰ ਦੀਆਂ ਚੀਜ਼ਾਂ ਇਹੋ ਜਿਹੀਆਂ ਖਾਵਾਂਗੇ ਉਹ ਸਾਡੀ ਬਾਡੀ ਐਕਸੈਪਟ ਨਹੀਂ ਕਰਦੀ ਛੇਤੀ, ਔਰ ਸਾਨੂੰ ਹੋਰ ਵੀ ਪ੍ਰੀਡਿਸਪੋਜ਼ ਕਰਦੀ ਹੈ ਇਹੋ ਜਿਹੀਆਂ ਬਿਮਾਰੀਆਂ ਲਈ। ਤੋ ਖਾਣ ਪਾਨ ਔਰ ਰਹਿਣ ਸਹਿਣ ਦੋ ਇਹੋ ਜਿਹੀਆਂ ਚੀਜ਼ਾਂ ਨੇ ਜਿਹੜੀ ਹੋਮਿਓਪੈਥੀ ਮੈਡੀਸਨ ਨਾਲ ਚੱਲਣੀਆਂ ਚਾਹੀਦੀਆਂ ਨੇ। ਔਰ ਜਦੋਂ ਪਰਹੇਜ਼ ਔਰ ਇਲਾਜ ਇਕੱਠਾ ਚੱਲੇਗਾ ਤਾਂ ਇਹੋ ਜਿਹੀਆਂ ਬਿਮਾਰੀਆਂ ਨੂੰ ਸੋਧਣਾ ਸਾਡੇ ਲਈ ਬਹੁਤ ਆਸਾਨ ਹੋ ਜਾਂਦਾ ਹੈ ਜੀ। ਹੋਮਿਓਪੈਥੀ ਤੇ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹ ਵਾਲਾ ਕੋਟ ਕਿ ਪ੍ਰੀਵੈਂਸ਼ਨ ਇਜ਼ ਬੈਟਰ ਦੈਨ ਕਿਉਰ, ਇਹ ਵੀ ਕਿਤੇ ਨਾ ਕਿਤੇ ਫਿੱਟ ਬੈਠਦਾ ਹੈ। ਖੈਰ ਡਾਕਟਰ ਸਾਹਿਬ, ਤੁਸੀਂ ਸਾਡੇ ਨਾਲ ਬਹੁਤ ਸਾਰੀ ਗੱਲਾਂ ਬਾਤਾਂ ਕੀਤੀਆਂ ਔਰ ਹੋਮਿਓਪੈਥੀ ਨੂੰ ਅਸੀਂ ਬਿਲਕੁਲ ਬਿਗਿਨਿੰਗ ਤੋਂ ਔਰ ਇਨੀਸ਼ੀਅਲ ਲੈਵਲ ਤੋਂ ਸਮਝਣ ਦੀ ਅੱਜ ਕੋਸ਼ਿਸ਼ ਕੀਤੀ ਹੈ। ਆਉਣ ਵਾਲੇ ਸੈਗਮੈਂਟ ਦੇ ਵਿੱਚ ਬਹੁਤ ਬਾਰੀਕੀ ਦੇ ਨਾਲ ਹਰ ਇੱਕ ਪੁਆਇੰਟ ਡਿਸਕਸ ਕਰਨ ਦੀ ਕੋਸ਼ਿਸ਼ ਕਰਾਂਗੇ। ਬਹੁਤ ਧੰਨਵਾਦ, ਤੁਸੀਂ ਸਾਡਾ ਸਾਥ ਦਿੱਤਾ। ਬਹੁਤ ਧੰਨਵਾਦ ਜੀ ਦੋਸਤੋ, ਇਹ ਸਨ ਡਾਕਟਰ ਵਿਨੋਦ ਕੁਮਾਰ। ਆਉਣ ਵਾਲੇ ਸੈਗਮੈਂਟਸ ਦੇ ਵਿੱਚ ਅਸੀਂ ਇਹਨਾਂ ਦੇ ਨਾਲ ਤੁਹਾਡਾ ਪਰਸਪਰ ਰਾਬਤਾ ਕਰਾਉਂਦੇ ਰਹਿਣਾ ਹੈ। ਹੋਮਿਓਪੈਥੀ ਕਿਉਂ ਜ਼ਰੂਰੀ ਹੈ, ਕਿਉਂ ਸਾਨੂੰ ਅੱਜ ਇੱਕ ਮਰਤਬਾ ਫੇਰ ਜ਼ਰੂਰਤ ਇਹ ਮਹਿਸੂਸ ਹੋ ਰਹੀ ਹੈ ਕਿ ਅਸੀਂ ਆਪਣੇ ਆਪ ਨੂੰ ਐਲੋਪੈਥੀ ਔਰ ਜੋ ਸਾਈਡ ਇਫੈਕਟਸ ਨੇ ਉਹਨਾਂ ਤੋਂ ਥੋੜ੍ਹਾ ਜਿਹਾ ਪਰਹੇਜ਼ ਕਰੀਏ, ਬਚਾਈਏ, ਕਿਉਂਕਿ ਉਹਨਾਂ ਦੇ ਸਾਈਡ ਇਫੈਕਟਸ ਇੰਨੇ ਜ਼ਿਆਦਾ ਵੱਧ ਗਏ ਨੇ ਕਿ ਲੋਕਾਈ ਦੇ ਵਿੱਚ, ਆਮ ਹਜੂਮ ਦੇ ਵਿੱਚ ਇਹ ਚੀਜ਼ਾਂ, ਇਹ ਡਿਜ਼ੀਜ਼ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਵੇਖਣ ਵਿੱਚ ਸਾਹਮਣੇ ਆ ਰਹੀਆਂ ਨੇ। ਸੋ ਹੋਮਿਓਪੈਥੀ ਕਿਸ ਤਰ੍ਹਾਂ ਵਰਕ ਕਰਦੀ ਹੈ, ਹੋਰ ਕਲੀ ਬਿਮਾਰੀ ਜਿਹੜੀ ਹੈ ਉਸ ਨੂੰ ਲੈ ਕੇ ਉਸ ਦਾ ਪ੍ਰੋਪਰ ਉਸ ਦੇ ਸਿੰਪਟਮਸ ਪਲੱਸ ਉਹਦੀ ਮੈਡੀਸਿਨ ਉੱਤੇ ਅਸੀਂ ਆਉਣ ਵਾਲੇ ਸੈਗਮੈਂਟਸ ਵਿੱਚ ਤੁਹਾਡੇ ਨਾਲ ਗੱਲਬਾਤ ਜ਼ਰੂਰ ਕਰਾਂਗੇ। ਉਮੀਦ ਕਰਦੇ ਹਾਂ ਕਿ ਅੱਜ ਦਾ ਇਹ ਪ੍ਰੋਗਰਾਮ ਤੁਸੀਂ ਪਸੰਦ ਕੀਤਾ ਹੋਵੇਗਾ। ਮੈਨੂੰ ਗੁਰਨੀਤ ਤੋਂ ਦਿਓ ਇਜਾਜ਼ਤ। ਪ੍ਰੋਗਰਾਮ ਹੈਲਥ ਟਾਕਸ ਨੂੰ ਇੱਥੇ ਖਤਮ ਕਰਨ ਦੀ। ਬਹੁਤ ਬਹੁਤ ਧੰਨਵਾਦ। ਤੁਸੀਂ ਦੇਖਦੇ ਰਹੋ ਦਾਨ ਨਿਊਜ਼।